ਮਿੰਟ ਠਹਿਰੋ ਉਹ ਚੈੱਕ ਕਰਕੇ ਰੱਖ ਗਿਆ ਆਉਂਦਾ ਬਾਬਾ ਜੀ ਨੂੰ ਕਹਿ ਰਹੇ ਸੀ ਕਹਿੰਦਾ ਟੌਰ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਸ ਵੇਲੇ ਅਸੀਂ ਬਾਬਾ ਜੀ ਅਬਦੁਲਸਤਾਰ ਸ਼ਾਹਦ ਸਾਹਿਬ ਦੇ ਕੋਲ ਬੈਠੇ ਆ ਤੇ ਬਾਬਾ ਜੀ ਅਬਦੁਲਸਤਾਰ ਸ਼ਾਹਦ ਪਾਕਿਸਤਾਨ ਦੀਆਂ ਨਾਮਵਰ ਸ਼ਖਸੀਅਤ ਨੇ ਜਿਨ੍ਹਾਂ ਨੇ ਕੁਰਾਨ ਪਾਕ ਨੂੰ ਪੰਜਾਬੀ ਸ਼ੇਰਾਂ ਵਿੱਚ ਤਰਜਮਾ ਕੀਤਾ ਹੈ। ਇਸ ਤੋਂ ਇਲਾਵਾ ਵੀ ਇਹਨਾਂ ਦੀ ਬੜੀ ਵੱਡੀ ਹੈਸੀਅਤ ਹੈ, ਉਰਦੂ ਪੰਜਾਬੀ ਚ ਲਿਖਦੇ ਨੇ ਤੇ ਮਸ਼ਹੂਰ ਗੀਤ ਤੇਰਾ ਇਸ਼ਕ ਨਚਾਵੇ ਗਲੀ ਗਲੀ ਤੇ ਤਾਂ ਆਪਾਂ ਰੋ ਕੇ ਤੇ ਕਿਹੜੀ ਮੈਂ ਖੁਦਾਈ ਮੰਗ ਲਈ, ਉਹ ਇਹਨਾਂ ਨੇ ਲਿਖਿਆ ਬਾਬਾ ਜੀ ਨੇ। ਹੁਣ ਇਹਨਾਂ ਦੇ ਬਚਪਨ ਦੇ ਬਾਰੇ ਗੱਲਾਂ ਬਾਤਾਂ ਰਾਸ਼ਦ ਸਾਹਿਬ ਪੁੱਛਣਗੇ ਇਹਨਾਂ ਕੋਲੋਂ। ਇਹ ਲੋ ਜੀ ਪੁੱਛੋ ਬਾਬਾ ਜੀ ਸ਼ਾਇਰੀ ਦਾ ਆਗਾਜ਼ ਕਦੋਂ ਕੀਤਾ? ਇਹ ਥੋੜੀ ਜਿਹੀ ਗੱਲਬਾਤ ਦੱਸੋ। शायरी का आगाज मेरा 1964 ਮਾਸ਼ਾਅੱਲਾ। 64 ਤੋਂ ਮੇਰਾ शायरी का आगाज है और शायरी ਜਿਹੜੀ ਹੈ ਇਸ ਨੂੰ ਮੈਂ ਨਹੀਂ ਸ਼ਾਇਰੀ ਨੂੰ ਮੈਂ ਨਹੀਂ ਕੀਤਾ, ਮਾਸ਼ਾਅੱਲਾ ਸ਼ਾਇਰੀ ਨੇ ਮੈਨੂੰ ਕੀਤਾ। ਵਾਹ 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 ਠੀਕ ਹੈ ਗੱਲ ਦੱਸੋ। ਵਾਹ ਜੀ ਵਾਹ। ਇਹਦੇ ਦੋ ਚੀਜ਼ਾਂ ਤਿੰਨ ਚੀਜ਼ਾਂ ਐਸੀਆਂ ਨੇ। ਪਹਿਲੀ ਬਾਤ ਇਹ ਹੈ ਕਿ ਮੈਂ ਸਕੂਲ ਦਾ ਇੱਕ ਦਿਨ ਦਾ ਵੀ ਪੜ੍ਹਿਆ ਹੋਇਆ ਸੀ। ਵਾਹ ਸਕੂਲ ਦਾ ਇੱਕ ਦਿਨ ਦਾ ਵੀ ਪੜ੍ਹਿਆ ਹੋਇਆ ਮੈਂ ਨਹੀਂ। ਤੇ ਅਲਹਮਦੁਲਿਲਾ 3-4 ਜ਼ੁਬਾਨਾਂ ਦਾ ਲਿਖਦਾ ਵੀ ਨਹੀਂ, ਪੜ੍ਹਦਾ ਵੀ। ਕਹਿ ਲਓ, ਕੋਸ਼ਿਸ਼ ਕਹਿ ਲਓ, ਪਿਆਰ ਕਹਿ ਲਓ, ਲਗਨ ਕਹਿ ਲਓ, ਕਿ ਮੈਂ ਕਰ ਰਿਹਾ। ਕਿਹੜੇ ਕਿਹੜੇ ਜ਼ਬਾਨਾਂ 'ਚ ਲਿਖ ਰਹੇ ਹੋ? ਮੈਂ ਠੀਕ ਹੈ, ਮੈਂ ਜ਼ਿਆਦਾ ਪੰਜਾਬੀ ਜਿਹੜੀ ਸ਼ਾਇਰੀ ਮੈਂ ਕੀਤੀ ਹੈ, ਸ਼ਾਇਰੀ ਮੈਂ ਕੀਤੀ ਹੈ ਪੰਜਾਬੀ। ਜੀ ਇਸ ਵਾਸਤੇ ਕਿ ਪੰਜਾਬ ਦੀ ਧਰਤੀ ਦੇ ਮਿੱਟੀ ਦੇ ਵਿੱਚੋਂ ਮੈਂ ਜਨਮ ਲਿਆ। ਵਾਹ ਪੰਜਾਬ ਦੀ ਮਿੱਟੀ ਦਾ ਰਿਜ਼ਕ ਖਾ ਕੇ ਮੈਂ ਜਵਾਨ ਹੋਇਆ ਤੇ ਪੰਜਾਬ ਦੀ ਮਿੱਟੀ ਦਾ ਰਿਜ਼ਕ ਖਾਂਦਿਆਂ ਖਾਂਦਿਆਂ ਪੰਜਾਬ ਦੀ ਮਿੱਟੀ 'ਚ ਮਿੱਟੀ ਮੈਂ ਹੋਣਾ। ਵਾਹ ਵਾਹ ਬਹੁਤ ਅੱਛਾ। ਜਦੋਂ ਪੰਜਾਬ ਮੈਨੂੰ ਕਿਸੇ ਵਕਤ ਵੀ ਨਹੀਂ ਛੱਡਦਾ ਤੇ ਮੈਨੂੰ ਵੀ ਚਾਹੀਦਾ ਕਿ ਮੈਂ ਪੰਜਾਬ ਨੂੰ ਭੁੱਲਾਂ ਨਾ ਛੱਡਾਂ, ਇਹਨੂੰ ਮੈਂ ਵੀ ਨਾ। ਵਾਹ ਇਹੀ ਇਸ਼ਕ ਹੈ। ਪੰਜਾਬੀ ਮੈਂ ਕਹੀ ਹੈ। ਜੇ ਤੁਸੀਂ ਇਹ ਸੀਨ ਦੇਖੋ, ਜੇ ਕੁਰਾਨ ਦਾ ਤਰਜਮਾ ਕੀਤਾ ਤੇ ਪੰਜਾਬੀ ਦੇ ਵਿੱਚ, ਵਾਹ ਜੇ ਨਜ਼ਮ ਲਿਖੀ ਤੇ ਪੰਜਾਬੀ ਦੇ ਵਿੱਚ, ਜੇ ਗਜ਼ਲ ਲਿਖੀ ਤੇ ਪੰਜਾਬੀ ਦੇ ਵਿੱਚ, ਮੈਂ ਜੋ ਵੀ ਲਿਖਿਆ ਪੰਜਾਬੀ ਦੇ ਵਿੱਚ ਲਿਖਿਆ। ਪੰਜਾਬੀ ਤੇ ਪੰਜਾਬ ਇਸ ਦੇ ਨਾਲ ਮੇਰਾ ਇਸ਼ਕ ਹੈ, ਰਿਹਾ ਹੈ ਔਰ ਜਿਹੜੇ 4 ਸਾਲ ਇਨਸ਼ਾਅੱਲਾ ਰਹੇਗਾ। ਅੱਛਾ ਬਾਬਾ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬੀ ਸ਼ਾਇਰੀ ਦੇ ਵਿੱਚੋਂ ਕਿਹੜੇ ਐਸੇ ਸ਼ਾਇਰ ਨੇ ਜਿਨ੍ਹਾਂ ਤੋਂ ਤੁਸੀਂ ਇਨਸਪਾਇਰ ਹੋਏ? शेख रऊफ साहब गज़ल तो मैं उन्होंने बड़ा मुतासर है। डॉक्टर रशीद अनवर दी नज़म तो बड़ा मुतासर है। ਸਹੀ। और फिर उतलिया जोड़ा ਦੇ ਵਿੱਚ ਜਿਹੜੇ ਹੈਗੇ ਨੇ ਨਜ਼ੀਰ ਸਾਹਿਬ ਵਜ਼ੀਰਾਬਾਦੀ ਦੀ ਗਜ਼ਲ ਦੇ ਮਤਲਬ ਮਨਜ਼ੂਰ ਵਜ਼ੀਰਾਬਾਦੀ। ਹੈ ਮਨਜ਼ੂਰ और फिर मतलब है कि इन्हें लोगों तो मैं बहुत मुतासिर होया। इंडिया का शायर प्रोफेसर मोहन सिंह ਮੋਹਨ ਸਿੰਘ ਤੇ ਡਾਕਟਰ ਰਸ਼ੀਦ ਅਨਵਰ, ਜੀ। ਵਾਹ ਇਹਨਾਂ ਦੋਵਾਂ ਨੂੰ ਮੈਂ ਤਕਰੀਬਨ ਇੱਕੋ ਹੀ ਵਜ਼ਨ ਦੇ ਸ਼ਾਇਰ ਸਮਝਦਾ। ਅੱਛਾ ਜੋ ਸਿਪਾਹੀ ਦਾ ਦਿਲ ਲਿਖਦੇ ਤੇ ਮਾਂ ਦਾ ਦਿਲ ਲਿਖਦੇ, ਵਾਹ ਕੁਰਬਾਨੀ ਦੋਵਾਂ ਦੀ, ਖਿੱਚ ਦੋਵਾਂ ਦੀ ਔਰ ਗ੍ਰਿਫਤ ਲਫ਼ਜ਼ਾਂ ਦੇ ਉੱਤੇ ਦੋਵਾਂ ਦੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ। ਬਲਕਿ ਕਾਦਰ ਨਜ਼ਰ ਆਉਂਦੇ ਆ। ਇੰਜ ਲੱਗਦਾ ਜਿਵੇਂ ਲਫ਼ਜ਼ ਇਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜੇ ਆ। ਵਾਹ ਬਾਂਦੇ ਹਾਂਜੀ ਬਾਂਦੀ ਨੇ ਉਹਨਾਂ ਦੀ। ਹਾਂਜੀ ਹਾਂਜੀ। ਤੇ ਰਸ਼ੀਦ ਅਨਵਰ ਸਾਹਿਬ ਦੀ ਨਜ਼ਮ ਜਿਹੜੀ ਜਿੱਤੋਂ ਤੁਸੀਂ ਮੁਤਾਸਰ ਹੋਏ, ਉਹਦੇ ਕੋਈ ਇੱਕ ਦੋ ਨਹੀਂ, ਸਾਰੀਆਂ ਨਜ਼ਮਾਂ ਤੋਂ ਉਹਨਾਂ ਨੇ ਨਜ਼ਮ ਨਗਾਰੀ ਦੀ ਗੱਲ ਕੀਤੀ ਹੈ। ਜੀ ਬਾਬਾ ਜੀ ਉਹਦੀ ਨਜ਼ਮ ਕੋਈ ਵੀ ਐਸੀ ਨਹੀਂ ਜੀ ਜਿਹੜੀ ਮਤਲਬ ਹੈ ਕਿ ਥੋੜੀ ਪਰੇ ਕਰ ਦਿੱਤੀ ਹੈ। ਸਾਰੀਆਂ ਨਜ਼ਮਾਂ। ਸਹੀ। ਕੋਈ ਉਹਨਾਂ ਚੋਂ ਮੁੰਤਖਬ ਅਸ਼ਆਰ? ਮੈਂ ਅਰਜ਼ ਕਰਦਾ ਜੇ ਉਸਨੇ ਪੰਜਾਬ ਦਾ ਅਸਲ ਡਾਕਟਰ ਰਸ਼ੀਦ ਅਨਵਰ ਦੀ ਰਵਾਨੀ ਆਪਣੀ ਜਗ੍ਹਾ ਤੇ, ਉਹਦੇ ਚੁਣਾਵ ਆਪਣੀ ਜਗ੍ਹਾ ਤੇ, ਲੇਕਿਨ ਉਹਦੀ
ਪੰਜਾਬ ਦੀ ਜਿਹੜੀ ਮੁਹੱਬਤ ਉਹਦੇ ਅੰਦਰ ਬੋਲਦੀ ਹੈ, ਗੈਰਤ ਬੋਲਦੀ ਹੈ, ਮੈਂ ਉਸ ਤੋਂ ਜ਼ਿਆਦਾ ਮੁਤਾਸਰ ਹਾਂ। ਸਾਡੀ ਸਹੀ। ਚਾਲੇ ਦਾ ਦੁੱਧ ਖਤਮ ਰਹਿਣ ਦਿਓ ਤੇ ਫਿਰ ਬੋਤਲ ਹੋ ਜਾਓ। ਬੋਤਲ ਲਿਆਓ। ਉਹ ਜਿਵੇਂ ਮਤਲਬ ਉਹ ਕਹਿੰਦੇ ਕਿ ਮੈਨੂੰ ਲੋੜ ਗੁਆਚੀਆਂ ਅਜ਼ਮਤਾਂ ਦੀ, ਵਾਹ ਝੂਠੀ ਇੱਜ਼ਤ ਤੇ ਮੈਥੋਂ ਨਹੀਂ ਰੋਣ ਹੁੰਦਾ। ਮੈਥੋਂ ਨਹੀਂ ਰੋਣ ਹੁੰਦਾ। ਵਾਹ। ਹਾਂ, ਜਾਂ ਕਹਿੰਦਾ ਇਸ਼ਕ ਦਾ ਤੇ ਮੁਸ਼ਕ ਦਾ, ਇਸ਼ਕ ਦਾ ਤੇ ਮੁਸ਼ਕ ਦਾ, ਇਸ਼ਕ ਦਾ ਤੇ ਕਹਿ ਲਓ ਹਵਸ ਦਾ। ਇਸ ਤਰ੍ਹਾਂ ਕਹਿੰਦੇ ਕਿ ਇਸ਼ਕ ਆਪਣੀ ਅੱਗ ਆਪ ਬਾਲੋ, ਜੀ। ਛੜੇ ਵਾਂਗ ਪਤੰਗੇ ਤੇ ਡੋਲਦਾ ਨਹੀਂ। ਵਾਹ ਇਸ਼ਕ ਸੂਝ ਸ਼ਿੰਗਾਰ ਪਾਕੀਜ਼ਗੀ ਦਾ, ਇਸ਼ਕ ਬਦੀ ਦੀ ਤਕਲੀ ਤੋਲਦਾ ਨਹੀਂ। ਇਸ਼ਕ ਬੁੱਲੇ ਨਹੀਂ ਲੁੱਟਦਾ ਬੇਲਿਆਂ ਵਿੱਚ, ਇਸ਼ਕ ਚੂੜੀਆਂ ਦੇ ਛੰਨੇ ਫੋਲਦਾ ਨਹੀਂ। ਵਾਹ ਇਸ਼ਕ ਸ਼ਾਹ ਸਵਾਰ ਜੇ ਕਰਬਲਾ ਦਾ, ਇਸ਼ਕ ਨੇਜ਼ੇ ਦੀ ਨੋਕ ਤੇ ਡੋਲਦਾ ਵਾਹ ਨਹੀਂ। ਵਾਹ ਵਾਹ ਵਾਹ। ਤੇ ਇਸ਼ਕ ਜਦੋਂ ਵੀ ਕੁੱਦਿਆ ਨਾਰ ਅੰਦਰ ਬੰਦਾ, ਨਾਰ ਨੂੰ ਸਦਾ ਗੁਲਜ਼ਾਰ ਡਿੱਠਾ। ਵਾਹ ਹੱਥ ਇਸ਼ਕ ਦੇ ਕੱਟੇ ਵੀ ਜਾਣ ਭਾਵੇਂ, ਇਸ਼ਕ ਫੇਰ ਵੀ ਅਲਮ ਬਰਦਾਰ ਡਿੱਠਾ। ਬਰਦਾਰ ਕੀਤਾ। ਵਾਹ। ਵਾਹ। ਅਲਮ ਬਰਦਾਰ ਡਿੱਠਾ। ਅੱਛਾ। ਵਾਹ। ਤੇ ਇਸ਼ਕ ਕੰਮ ਨਹੀਂ ਹੁੰਦਾ ਬਰੂਪੀਆਂ ਦਾ, ਇਸ਼ਕ ਜੋਗ ਦੇ ਮੁੰਦਰੇ ਪਾਉਂਦਾ ਨਹੀਂ। ਵਾਹ 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 ਬਹੁਤ ਅੱਛਾ। ਵਾਰਿਸ ਸ਼ਾਹ ਦੇ ਉੱਤੇ, ਵੱਡੇ ਸ਼ਾਇਰ ਦੇ ਉੱਤੇ ਤਨਕੀਦ ਕਰਦਾ ਡਾਕਟਰ ਰਸ਼ੀਦ ਅਹਿਮਦ, ਔਰ ਬੜੀ ਦਲੀਲ ਨਾਲ ਮੁਦੱਲਿਲ ਤਨਕੀਦ ਕਰਦਾ। ਕਹਿੰਦਾ ਚਲੋ ਗੱਲ ਮੇਰੀ ਤੇ ਵਾਰਿਸ ਅਹਿਮਦ ਦੀ ਸੀ, ਜਾਣੂ ਨਾਲ ਸੀ ਇੱਕ ਫਨਕਾਰ ਦੀ ਗੱਲ ਮੇਰੀ ਤੇ ਵਾਰਿਸ ਅਹਿਮਦ ਦੀ ਸੀ, ਜਾਣੂ ਨਾਲ ਸੀ ਇੱਕ ਫਨਕਾਰ ਦੀ ਗੱਲ। ਸਹਿਤੇ ਰਾਂਝੇ ਤੇ ਮਿਰਜ਼ੇ ਜੇ ਗੋਲਿਆਂ ਨੇ, ਜਾਤਾ ਇਸ਼ਕ ਨੂੰ ਹਫਸ ਮੁਟਿਆਰ ਦੀ ਗੱਲ। ਤੇ ਹੀਰਾਂ ਸਹਿਤੀਆਂ ਖੇਡ ਲਈ ਲੁਕੜ ਮੀਟੀ, ਜਾਤਾ ਇਸ਼ਕ ਨੂੰ ਜਿਸਮ ਵਪਾਰ ਦੀ ਗੱਲ। ਤੇ ਪਤਾ ਲੱਗਾ ਨਹੀਂ ਖੂਹਾਂ ਦੇ ਡੱਡੂਆਂ ਨੂੰ ਹੈ ਸੀ ਇਸ਼ਕ ਸਮੁੰਦਰੋਂ ਪਾਰ ਦੀ ਗੱਲ। ਵਾਹ ਵਾਹ ਵਾਹ। ਔਰ ਸੱਚ ਸੱਚ ਹੁੰਦਾ ਹੈ, ਝੂਠ ਝੂਠ ਹੁੰਦਾ ਹੈ, ਕਦੇ ਝੂਠ ਮੈਦਾਨ 'ਚ ਜੱਚਦਾ ਨਹੀਂ। ਜੱਚਦਾ ਨਹੀਂ। ਹੁਣ ਲੱਖ ਹਨੇਰੀਆਂ ਝੂਠ ਦੀਆਂ, ਹੁੰਦਾ ਵਾਲ ਵਿੰਗਾ ਕਦੇ ਸੱਚ ਦਾ ਨਹੀਂ। ਤੇ ਇਸ਼ਕ ਕੰਮ ਨਹੀਂ ਹੁੰਦਾ ਬਰੂਪੀਆਂ ਦਾ, ਇਸ਼ਕ ਜੋਗ ਦੇ ਮੁੰਦਰੇ ਪਾਉਂਦਾ ਨਹੀਂ। ਇਸ਼ਕ ਹੱਕ ਲੈਂਦਾ ਖੈਰ ਮੰਗਦਾ ਨਹੀਂ, ਬੂਹੇ ਬੂਹੇ ਤੇ ਹਲਕ ਜਗਾਉਂਦਾ ਨਹੀਂ। ਤੇ ਇਸ਼ਕ ਪਹਿਨ ਕੇ ਫਕਰ ਦਾ ਪਾਕ ਚੋਲਾ, ਝੂਠੇ ਹੀਰਾਂ ਨੂੰ ਸੱਪ ਲੜਾਉਂਦਾ ਨਹੀਂ। ਇਸ਼ਕ ਰਾਖਾ ਇੱਜ਼ਤਾਂ ਸੁਨਤਾਂ ਦਾ, ਧੀਆਂ ਭੈਣਾਂ ਨੂੰ ਕੱਢ ਲੈ ਜਾਮਦਾ ਨਹੀਂ। ਮੈਂ ਤੇ ਹਵਸ ਤੇ ਮਾਰਿਆ ਆਸ਼ਕਾਂ ਨੂੰ, ਕਸਮ ਰੱਬ ਦੀ ਸਦਾ ਜ਼ਲੀਲ ਕਹਿਣਾ। ਮੇਰੇ ਹੱਥ ਵੀ ਕਲਮ ਜੇ ਫਨਕਾਰੋ ਗੱਲ ਕਹਿਣਾ ਤੇ ਨਾਲ ਦਲੀਲ ਕਹਿਣਾ। ਔਰ ਜੇਕਰ ਇਸ਼ਕ ਦੇ ਕੱਪੜੇ ਗੇਰਵੇ ਨੇ, ਤੇ ਰਤਾ ਰੰਗ ਸ਼ਹੀਦਾਂ ਦਾ ਯਾਦ ਕੀ। ਹਾਂ, ਜੇਕਰ ਇਸ਼ਕ ਦੇ ਕੱਪੜੇ ਗੇਰਵੇ ਨੇ, ਰਤਾ ਰੰਗ ਸ਼ਹੀਦਾਂ ਦਾ ਯਾਰ ਕੀ ਹੈ। ਜੇਕਰ ਇਸ਼ਕ ਮੁਕੱਦਰ ਰਾਂਝਿਆਂ ਦਾ, ਕਰਬਲ ਵਾਲਾ ਫਿਰ ਰੱਬ ਬਿਮਾਰ ਕੀ ਹੈ। ਵਾਹ ਤੇ ਬੇੜੇ ਸਾੜਦਾ ਸਦਾ ਸਹਾਰਿਆਂ ਦੇ, ਆਸ਼ਕ ਰਾਂਝਾ ਕੇ ਤਾਰਕ ਯਾਦ ਹੋਇਆ। ਵਾਰਿਸ ਦਸਕਾਂ ਵੱਡੀਆਂ ਉਮਤਾਂ ਦਾ, ਕਿਹੜਾ ਰਾਂਝਾ ਤੇ ਕਿਹੜਾ ਮੁਰਾਦ ਹੋਇਆ। ਬਹੁਤ ਅੱਛੇ ਬਹੁਤ ਅੱਛੇ। ਇਹ ਡਾਕਟਰ ਰਸ਼ੀਦ ਅਨਵਰ ਸਾਹਿਬ ਦੀਆਂ ਇਸ ਕਿਸਮ ਦੀਆਂ ਨਜ਼ਮਾਂ, ਜਿਨ੍ਹਾਂ ਤੋਂ ਮੈਂ ਬਹੁਤ ਮੁਤਾਸਰ ਹੋ ਕੇ ਤੇ ਮੈਂ ਨਜ਼ਮਾਂ ਕਹੀਆਂ। ਔਰ ਡਾਕਟਰ ਆਪਣਾ ਰਊਫ ਸ਼ੇਖ ਸਾਹਿਬ ਦੀਆਂ ਜਿਹੜੀਆਂ ਗਜ਼ਲਾਂ ਸੀ, ਉਹਨਾਂ ਦਾ ਵੀ ਇੱਕ ਆਪਣਾ ਹੀ ਸੁਭਾਅ ਹੈ। ਮਸਲਨ ਦੰਦਾਂ ਥੱਲੇ ਜੇਬ ਨੂੰ ਦੱਬ ਕੇ, ਇਹ ਸੱਟ ਵੀ ਮੈਂ ਜਰ ਲਈ। ਸ਼ੇਖ ਸਾਹਿਬ ਫਰਮਾਉਂਦੇ ਨੇ, ਦੰਦਾਂ ਥੱਲੇ ਜੇਬ ਨੂੰ ਦੱਬ ਕੇ ਇਹ ਸੱਟ ਵੀ ਮੈਂ ਜਰ ਲਈਏ। ਟੁੱਟਿਆ ਸਾਜ਼ ਵੀ ਚੀਕ ਉੱਠਦਾ ਹੈ ਹੱਥ ਪਵੇ ਦੀ ਤਾਰਾਂ ਨੂੰ। ਤਾਰਾ ਨੂੰ। ਅੱਛਾ, ਕਬਰਾਂ ਦੇ ਵਿੱਚ ਰੁੱਖ ਨ ਪੱਤਰਾ, ਕੱਲ ਵੀ ਸਾਂ ਤੇ ਅੱਜ ਵੀ ਹੈ। ਰੁੱਤਾਂ ਦੀ ਰੰਗਣ ਨੇ ਭਾਵੇਂ ਲੱਖਾਂ ਰੂਪ ਬਟਾਏ ਨੇ। ਸ਼ੇਖ ਰੂਫ ਸਾਹਿਬ ਬੜੇ ਪੀੜੇ ਤੇ ਬੜੇ ਮਤਲਬ ਹੈ ਕਿ ਦਿਲ ਦਾ ਭੇਤ ਜੇ ਅੱਖੀਆਂ ਰਾਹੀਂ ਡੁੱਲ ਪਵੇ ਤੇ ਹੈਰਤ ਕੀ। ਹੈ। ਦਿਲ ਦਾ ਭੇਤ ਜੇ ਅੱਖੀਆਂ ਰਾਹੀਂ ਡੁੱਲ ਪਵੇ ਤੇ ਹੈਰਤ ਕੀ। ਵਾਹ ਵਾਹ ਵਾਹ। ਘਰ ਵਾਲੇ ਤੇ ਜੋ ਕੁਝ ਬੀਤੇ ਪਤਾ ਹੁੰਦਾ ਦੀਵਾਰਾਂ। ਦੀਵਾਰਾਂ ਨੂੰ, ਕੀ ਬਾਤ ਹੈ। ਵਾਹ। ਔਰ ਰੱਤ ਟੁੱਲੇ ਜਾਂ ਦਿਲ ਟੁੱਟ ਜਾਵੇ, ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ। ਰੱਤ ਟੁੱਟੇ ਜਾਂ ਦਿਲ ਟੁੱਟ ਜਾਵੇ, ਇਹਨਾਂ ਨੂੰ ਕੁਝ ਹੁੰਦਾ ਹੀ ਨਹੀਂ। ਧੌਣਾ ਦੀ ਸੁਣਾਣ ਨਹੀਂ ਹੁੰਦੀ ਲੋਹੇ ਦੀਆਂ ਤਲਵਾਰਾਂ ਨੂੰ। ਵਾਹ ਹੈ। ਇਹ ਸ਼ੇਰ ਨੂੰ ਮੈਂ ਦੋ ਤਰ੍ਹਾਂ ਪੜ੍ਹਦਾ ਹੁੰਦਾ। ਦਿਲ ਤੇ ਜੋ ਕੁਝ ਬੀਤ ਗਈ ਹੈ ਦੱਸਿਆ ਨਹੀਂ ਮੈਂ ਯਾਰਾਂ ਹਾਂ, ਨੇ। ਇਸੇ ਹੀ ਸ਼ੇਰ ਨੂੰ ਮੈਂ ਦੋ ਤਰ੍ਹਾਂ ਪੜ੍ਹਦਾ ਹੁੰਦਾ ਕਿ ਇਹ ਪੱਥਰਾਂ ਦੇ ਪਿੰਡੋਂ ਆਈਆਂ ਸਾਡੀਆਂ ਸੜਕਾਂ ਸ਼ਹਿਰ ਦੀਆਂ। ਵਾਹ ਅੱਛਾ, ਪੱਥਰਾਂ ਦੇ ਪਿੰਡੋਂ। ਵਾਹ ਇਹ ਪੱਥਰਾਂ ਦੇ ਪਿੰਡੋਂ ਆਈਆਂ ਵਾਹ ਵਾਹ। ਸਾਡੀਆਂ ਸੜਕਾਂ। ਰੱਤ ਡੁੱਲੇ ਜਾਂ ਮੈਂ ਸ਼ੇਰ ਨੂੰ ਦੋ ਤਰ੍ਹਾਂ ਇੱਦਾਂ ਪੜ੍ਹਦਾ ਹੁੰਦਾ ਕਿ ਰੱਤ ਡੁੱਲੇ ਜਾਂ ਦਿਲ ਟੁੱਟ ਜਾਵੇ, ਦੋਵਾਂ ਨੂੰ ਕੁਝ ਹੁੰਦਾ ਹੀ ਨਹੀਂ। ਇਹ ਪੱਥਰਾਂ ਦੇ ਪਿੰਡੋਂ ਆਈਆਂ ਸਾਡੀਆਂ ਸੜਕਾਂ ਸ਼ਹਿਰ ਦੀਆਂ, ਜਾਂ ਲੋਹੇ ਦੀ ਇਹ ਧੌਣਾ ਦੀ ਸੁਣਾਣ ਨਹੀਂ ਹੁੰਦੀ ਲੋਹੇ ਦੀਆਂ ਤਲਵਾਰਾਂ ਨੂੰ। ਮੈਂ ਦੋ ਤਰੀਕੇ ਨਾਲ ਇਸ ਨੂੰ ਪੜ੍ਹ ਲੈਂਦਾ ਉਹਨਾਂ ਤੋਂ ਮਾਦਰਤ ਨਾਲ। ਔਰ ਮੇਰਾ ਮੈਦਾਨ ਰਿਹਾ ਕਾਦਰੀ ਸਾਹਿਬ, ਤੁਹਾਨੂੰ ਪਤਾ ਹੀ ਹੈ ਕਿ ਮੁਜ਼ਾਮਤੀ ਸ਼ਾਇਰੀ ਨਾਲ ਜ਼ਿਆਦਾ ਨੇ। ਮੇਰੇ ਕੋਲ ਜਿਹੜੀ
ਜ਼ੁਬਾਨ ਸੀ ਉਹ ਵੀ ਮੰਗਵੀਂ ਮੈਨੂੰ ਲੈਣੀ ਪਈ, ਬੋਲੀ ਵੀ ਮੰਗਵੀਂ ਲੈਣੀ ਪਈ ਜੰਗਲਾਊ ਦੀ। ਔਰ ਉਸ ਨੂੰ ਪੜ੍ਹ ਕੇ ਤੇ ਉਸ ਨੂੰ ਵਿਜ਼ਿਟ ਕਰਕੇ ਤੇ ਮੈਂ ਇੱਥੋਂ ਤੱਕ ਗਿਆ ਕਿ ਉਸ ਦੇ ਮੁਹਾਵਰੇ ਤੇ ਉਸ ਦੀਆਂ ਜ਼ਰਬੁਲ ਮਿਸਲਾਂ ਤੇ ਉਸ ਦੇ ਸਾਰਾ ਸਭ ਕੁਝ ਰਮਜ਼ਾਂ ਸਾਰਾ ਸਭ ਕੁਝ ਉਸੇ ਜ਼ੁਬਾਨ ਦਾ ਡੂੰਘਾਈ ਤੱਕ ਮੈਂ ਗਿਆ। ਉਹਦੇ 'ਚ ਵਾਰਦਾਸਤਾਨ ਰਿਆਜ਼ ਸਾਹਿਬ ਇੱਕ ਰਿਆਜ਼ ਇੰਟਰਵਿਊ ਕਰਨ ਰਿਹਾ, ਦੂਸਰੇ ਰਿਆਜ਼ ਨੇ ਲਿਖੀ, ਰਿਆਜ਼ ਸ਼ਾਹਦ ਸਾਹਿਬ ਨੇ ਉਹਨਾਂ ਨੂੰ ਮਤਲਬ ਹੈ ਕਿ ਆਪਣੇ ਕਿਸੇ ਰਸਾਲੇ 'ਚ ਛਾਪਿਆ ਹੋਇਆ। ਉਹਦੇ ਵਿੱਚ ਪਹਿਲੀ ਤਾਂ ਇੱਕ ਜੀ ਕਾਜ਼ੀ ਸਾਹਿਬ, ਇੱਕ ਮੈਂ ਮਤਲਬ ਹੈ ਕਿ ਦਿੱਤੀ ਹੈ ਮਿਸਾਲ ਤਸ਼ਬੀਹ ਕਿ ਇੱਥੇ ਨੀਲੀਆਂ ਕੁੱਡੀਆਂ ਚਰਦੀਆਂ ਸਨ, ਬੀਂਡੇ ਰਾਗ ਸਨ ਗਾਮ ਦੇ ਜੰਡ ਉੱਤੇ। ਵਾਹ। ਇੱਥੇ ਨੀਲੀਆਂ ਕੁੱਡੀਆਂ ਚਰਦੀਆਂ ਸਨ, ਬੀਂਡੇ ਰਾਗ ਸਨ ਗਾਮ ਦੇ ਜੰਡ ਉੱਤੇ, ਤੇ ਪਾਣੀ ਰਾਵੀ ਦਾ ਰੇਤੋਂ ਤੇ ਜਾਪਦਾ ਸੀ ਘਿਓ ਬੀਟਿਆ ਕਿਸੇ ਜਿਉ ਖੰਡ ਉੱਤੇ। ਬਹੁਤ। ਇੱਥੇ ਨੀਲੀਆਂ ਕੁੱਡੀਆਂ ਚਰਦੀਆਂ ਸਨ, ਬੀਂਡੇ ਰਾਗ ਸਨ ਗਾਮ ਦੇ ਜੰਡ ਉੱਤੇ, ਵਾਹ। ਪਾਣੀ ਰਾਵੀ ਦਾ ਰੇਤੋਂ ਤੇ ਜਾਪਦਾ ਸੀ ਘਿਓ ਬੀਟਿਆ ਕਿਸੇ ਜਿਉ ਖੰਡ ਉੱਤੇ। ਤੇ ਇਹ ਜੂ ਮਰਦਾਈ ਦੀ ਜੱਗ ਜਾਣੇ, ਲੱਖਾਂ ਸ਼ੇਰ ਸਨ ਬੁੱਕਦੇ ਮੰਡ ਉੱਤੇ, ਤੇ ਇੱਕੋ ਕੁੱਤਾ ਅੰਗਰੇਜ਼ਾਂ ਨੇ ਘੱਲਿਆ ਸੀ, ਉਹ ਵੀ ਆਇਆ ਸੀ ਕਿਸੇ ਘੁਮੰਡ ਉੱਤੇ। ਤੂੰ ਉਸ ਦਾ ਮਾਣ ਤਰੋੜ ਕੇ ਤੇ ਗੱਤੀ ਉਸ ਅੰਗਰੇਜ਼ ਨੂੰ ਨੱਥ ਕਰ ਲਾ, ਹਾਲੀ ਤੀਕ ਅੰਗਰੇਜ਼ ਚਕੋਰ ਕਰਦੇ ਇਹੋ ਜਾਏ ਦਿਖਾਏ ਤੂੰ ਹੱਥ ਕਰ ਲੈ। ਬਹੁਤ ਅੱਛਾ। ਅੱਛਾ, ਔਰ ਜਿਹੜੀ ਵਾਰਦਾਸਤਾਨ ਪਟਿਆਲੇ ਦੀ ਵਾਰਦਾਸਤਾਨ, ਇਹ ਕਿੰਨੇ ਹੀ ਨਜ਼ਮਾਂ ਕਿੰਨੇ ਬੜੀਆਂ ਤਵੀਲ ਹੈ। ਮੈਂ ਨਮੂਨੇ ਦੇ ਤੌਰ ਤੇ ਥੋੜ੍ਹੀ ਇੱਕ ਦੋ ਬੰਦ ਮੈਂ ਅਰਜ਼ ਕਰ ਦਿੰਦਾ। ਜਿਸ ਵੇਲੇ ਰਾਏ ਅਹਿਮਦ ਦਾ ਖਰਲ ਹੈ, ਉਸ ਸਟੋਰੀ ਦੇ ਮੁਤਾਬਿਕ ਮੈਂ ਇਹਨੂੰ ਤਾਰੀਖ ਦਾ ਹਿੱਸਾ ਨਹੀਂ ਕਹਿੰਦਾ, ਰਵਾਇਤੀ ਹੈ, ਸ਼ਹੀਦ ਹੋ ਗਏ। ਤੇ ਮਾਰ ਮੁਰਾਦ ਪਟਿਆਣਾ ਜਿਹੜਾ ਸ਼ਿਰਾਜ਼ੇ ਪੱਤਣ ਦੇ ਉੱਤੇ ਗੜ੍ਹ ਫਤਿਹ ਸ਼ਾਹ ਦੇ ਨਾਲ ਸ਼ਿਰਾਜ਼ਾ ਪੱਤਣ ਇੱਥੇ ਇਹਦੀ ਡਿਊਟੀ ਸੀ। ਜਿਹੜੇ ਮੁਜਾਹਿਦ ਅਮਲੀ ਸੀ ਉਹਨਾਂ ਨੂੰ ਰਾਵੀ ਤੋਂ ਲਗਾਉਣਾ ਸੀ। ਜੰਗ ਜਿੱਤ ਗਿਆ ਸੀ ਸ਼ਾਗੀ ਮਾਗੀ ਦੀ। ਰਾਤ ਉਹ ਸ਼ਹੀਦ ਹੋ ਗਿਆ ਤੇ ਸਵੇਰੇ ਇਤਲਾਹ ਮਿਲੀ ਮਾਰ ਮੁਰਾਦ ਪਟਿਆਣਾ। ਜਿਸ ਵੇਲੇ ਉਹਨਾਂ ਨੂੰ ਮਤਲਬ ਹੈ ਕਿ ਇਤਲਾਹ ਮਿਲੀ, ਉਸ ਵੇਲੇ ਉਹ ਰਾਵੀ ਦੇ ਕਿਨਾਰੇ ਤੇ ਗਿਆ, ਰਾਵੀ ਦੇ ਵਿੱਚੋਂ ਰੇਤ ਕੱਢੀ, ਉਹਨੂੰ ਚੁੰਮਿਆ, ਰੇਤ ਨੂੰ ਚੁੰਮ ਕੇ ਤੇ ਅੱਲਾ ਵਾਲੇ ਪਾਸੇ ਨੂੰ ਕਰਕੇ ਗਵਾਹ ਰਾਵੀ ਨੂੰ ਕੀਤਾ ਅੱਲਾ ਦੇ ਹਜ਼ੂਰ। ਤੋ ਉਹ ਕਾਜ਼ੀ ਸਾਹਿਬ ਲਫ਼ਜ਼ਾਂ ਦੀ ਜ਼ਰਾ ਗੌਰ ਕਰੋ ਜੀ। ਮਾਹੌਲ ਜ਼ਰਾ ਕਹਿੰਦਾ ਅੱਗਾ ਪਿੱਛਾ ਹੋ ਗਿਆ ਹਾਂ ਕਿ ਪਟਿਆਣਾ ਰਾਵੀ ਦੀ ਰੇਤ ਨੂੰ ਚੁੰਮ ਕੇ ਤੇ ਰੂਹ ਖਰਲ ਦੀ ਨਾਲ ਇਕਰਾਰ ਕਰਦਾ। ਵਾਹ ਵਾਹ। ਆਂਦਾ ਸਾਗੀ ਵੈਰ ਬਰਕਲੀ ਤੂੰ ਮਹਿਲ ਇਸ਼ਾ ਜ਼ਾਮਿਨ ਰਾਵੀ ਨੂੰ ਸਨ ਵਿਚਕਾਰ ਕਰਦਾ। ਵਾਹ। ਆਂਦਾ ਮੇਰੇ ਰਾਵੀ ਦੇ ਰਾਟ ਸ਼ਹੀਦ ਕਰਕੇ ਕਚਾਰੀ ਇਹ ਵੀ ਨਹੀਂ ਲਾ ਦਰਬਾਰ ਕਰਦਾ। ਇਹ ਕੌਣੇ ਗੋਲਾ ਅੰਗਰੇਜ਼ ਕੁੱਤਾ ਮੇਰੇ ਦੇਸ਼ ਅੰਦਰ ਮਾਰੋ ਮਾਰ ਕਰਦਾ। ਇਹ ਭੁੱਲ ਕੇ ਸਾਨੂੰ ਵੰਗਾਰ ਬੈਠਾ ਗਿੱਦੜ ਮੌਤ ਦਾ ਪਿਆ ਜੇ ਆਰ ਕਰਦਾ। ਮਾਸੀ ਆ ਕਿਸ ਮੌਤ ਨੂੰ ਸੱਦ ਮਾਰੀ ਬਿੱਲਾ ਬੂਟਿਆ ਫਿਰੇ ਸ਼ਿਕਾਰ ਕਰਦਾ। ਤੇ ਨਿਕਲ ਆਏ ਨੇ ਕੀੜੀ ਨੂੰ ਖੱਬ ਗੋਇਆ ਘੜੀ ਪਲ ਦੀ ਸੈਲ ਬਾਜ਼ਾਰ ਕਰਦਾ। ਬਾਊਜਨ ਜਿਨ ਬਾਊ ਨੂੰ ਕਬਰ ਵੀ ਨਾ ਨਸੀਬ ਹੁੰਦੀ ਰਾਵੀ ਨਾਲ ਜੋ ਵੈਰ ਬਦਕਾਰ ਕਰਦਾ। ਆਂਦਾ ਬੁਰੇ ਬਾਂਦਰਾਂ ਨੂੰ ਮੈਂ ਦੱਸ ਜੱਸਾ ਸੁੱਤੇ ਸ਼ੇਰਾਂ ਨੂੰ ਕਦੇ ਜਗਾਈ ਦਾ ਨਹੀਂ। ਸੱਤਾਂ ਪੀੜ੍ਹੀਆਂ ਤੋੜੀ ਅੰਗਰੇਜ਼ ਮਨਸੇ ਮੱਥਾ ਰਾਵੀ ਦੇ ਨਾਠਾਂ ਨੂੰ ਡਾਈ ਦਾ। ਵਾਹ 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 ਵਾਹ। ਕਹਿੰਦਾ ਜੀ ਖਾਮਣ ਪੀਵਣੀ ਅੱਜ ਹਰਾਮ ਮੈਂ ਇੱਥੇ ਚੂੜਾ ਮਾਰ ਕੇ ਤੇ ਟੁੱਕਰ ਖਾਮਣੀ ਮਾਣਾ ਚ ਬਰਕਲੀ ਦਾ ਤਰੋੜ ਕੇ ਤੇ ਸਾਂਦਲ ਬਾਰ ਦੀ ਪੱਤ ਬਚਾਵਣੀ ਹੈ ਤੇ ਮਾਰ ਮਾਰ ਬਰਕਲੀ ਨੂੰ ਮੁੰਝ ਕਰ ਸਕ ਰਾਵੀ ਇਸ ਤੋਂ ਪਾਕ ਕਰਾਵਣੀ ਹੈ। ਇਹ ਕੁੱਤੀ ਕਪਾਹ ਚੋਂ ਕੱਢਦੇ ਸੰਗ ਦੇ ਬੋੜ ਦੇ ਠੂ ਭਜਾਵਣੀ ਹੈ। ਸੱਤੋਂ ਨਾਲ ਬੁਸਾਲਾ ਜੋ ਕਾਰ ਕੀਤੀ ਉਹ ਇਸ ਦੇ ਨਾਲ ਬਣਾਵਣੀ ਹੈ। ਤੇ ਲਾਸ਼ ਇਹਦੀ ਨੂੰ ਚੀਰ ਲੰਗਾਰ ਕਰ ਸਹਿਰੂ ਹਾਵੀ ਇਹਦੀ ਪਹੁੰਚਾਵਣੀ ਹੈ। ਤੇ ਜੰਗਾਂ ਲੜਨੀਆਂ ਜਾਣੀਆਂ ਕਾਫਿਰਾਂ ਨਾਲ ਕੋਈ ਨਵੀਂ ਨਾ ਸਾਥੇ ਇਹ ਆਵਣੀ ਹੈ। ਦੀਨ ਨਬੀ ਦਾ ਮੁਲਕ ਖੁਦਾ ਦਾ ਹੈ ਕਾਫਿਰ ਇੱਥੇ ਨਹੀਂ ਹੁਕਮ ਚਲਾ ਸਕਦਾ। ਸਾਡੇ ਵਸਦੇ ਘਰਾਂ ਨੂੰ ਸਾੜ ਕੇ ਤੇ ਬਰਕਲੀ ਜਿੰਦਾ ਨਹੀਂ ਲੰਦਨ ਨੂੰ ਜਾ ਸਕਦਾ। ਅਸੀਂ ਲੰਦਨ ਕਹਿੰਦੇ ਨੰਦਨ ਕਹਿੰਦੇ ਬਰਕਲੀ ਜਿੰਦਾ ਨਹੀਂ ਲੰਦਨ ਨੂੰ ਜਾ ਸਕਦਾ। ਆਂਦਾ ਕਿ
सजदे में शहादत नसीब हुई खुशबख्त से मेरे बिरा कर ला। सजदे में शहादत नसीब हुई खुशबख्त से मेरे बिरार कर ला। तैनू पंचतन ने सांगा नसीब होया राजी होया ही ते इत्थे खुदा कर ला। ते इमाम कदे फिरात शहीद हो गए तो मल्लीए कदी दिलिया कर ला। इमाम नाने दी उम्मत बख्शा लई है मुकाड़ा राठा दा क्यों तू ला कर ला। ते सजदे गए इमाम नू तीर छुटे तो भी सजदे जली रजा कर ला। ते सुन्नत पूरी शकी हुसैन दी तू कीती बैठे अज अदा कर ला। ते शहादत सानू भी होवे नसीब शाला साडे लई भी करी दुआ कर ला। मुअर्रिख लिखणगे नवीं तारीख साडी मुअर्रिख लिखणगे नवीं तारीख साडी लहू बनेगी सुर्खी कहानियां दी मुल शहीदां दे लहू दा मैं कसा मैनू कस मेरा भी दे पानियां दी। बहुत अच्छा। तो कादरी साहब ਇਹਦੇ 'ਚ ਇੱਕ ਘੋੜੀ ਦਾ ਬੰਦ ਮੈਂ ਕਹਾਂਗਾ। बहुत अच्छा सुनाओ। ਘੋੜੀ ਦਾ ਬੰਦ ਕਹਾਂਗਾ ਮੈਂ ਆਂਦੀ ਆਉਂਦੇ ਫਤਿਆਣੇ ਨੂੰ ਵੇਖ ਸਾਬੀ ਸਮਝ ਗਈ ਹਾਂ ਤੇਰੀ ਅਦਾ ਰੱਖਿਆ। वाह। ਆਂਦੀ ਆਉਂਦੇ ਫਤਿਆਣੇ ਨੂੰ ਵੇਖ ਸਾਬੀ ਸਮਝ ਗਈ ਹਾਂ ਤੇਰੀ ਅਦਾ ਰੱਖਿਆ। ਤੇਰੀਆਂ ਘਿਓ ਨਿਹਾਰੀਆਂ ਖਾਧੀਆਂ ਨੇ ਆ ਖਾਮਣ ਦਾ ਕਰਸਾ ਅਦਾ ਰੱਖਾ। ਤੇ ਮਾਰੇ ਖਰਕੇ ਦੇ ਜਿਹੜੇ ਤੂੰ ਅੱਜ ਤੋੜੀ ਮੈਨੂੰ ਯਾਦ ਨੇ ਪੂਰੇ ਸਵਾਰ ਆਠਾ। ਮੈਂ ਵੀ ਧੀਆਂ ਜਾਈ ਜਲਿਓੜਿਆਂ ਦੀ ਪਰਖ ਆਪਣੀ ਦੇਸਾਂ ਕਰਾ ਰਾਠਾ। ਤੇ ਮੇਰੇ ਮੂੰਹ ਕੜਿਆਲੜਾ ਦੇ ਤੇ ਸਹੀ ਜਰਾ ਕੰਨ ਤੇ ਟੰਗ ਬਲਾ ਰਾਠਾ। ਇੱਕ ਪਲਕ ਅੰਦਰ ਤੈਨੂੰ ਲੈ ਜਾਸਾਂ ਉੱਡ ਉੱਡ ਕੇ ਵਿੱਚ ਹਵਾ ਰਾਠਾ। ਤੇਰੇ ਸਾਰੇ ਮੈਂ ਪੂਰੇ ਅਰਮਾਨ ਕਰਸਾਂ ਜਾਮਿਨ ਮੇਰਾ ਹੀ ਪਾਕ ਖੁਦਾ ਰਾਠਾ। ਪੌਣ ਤੇਰੀ ਬਰਕਲੀ ਨੂੰ ਸਾਂਗ ਵੱਜੇ ਪੌਣ ਤੇਰੀ ਬਰਕਲੀ ਨੂੰ ਸਾਂਗ ਵੱਜੇ ਮੁੜ ਮੰਨੀ ਤੂੰ ਮੇਰੀ ਮਰਦਾਈ ਰਾਠਾ। ਦੀ ਗਦੇ ਦੀ ਅੱਖੀ ਜੇ ਨਾ ਪੁੱਜਾਂ ਨਾ ਅੱਖੀ ਜਲਿਓੜਿਆਂ ਜਾਈ ਰਾਠਾ। ਬਾਬਾ ਜੀ ਕੋਲੋਂ ਅਸੀਂ ਤਹਿਰੀਕੇ ਆਜ਼ਾਦੀ ਦੇ ਮੁਜਾਹਿਦ ਅਹਿਮਦ ਖਾਨ ਖਰਲ ਸ਼ਹੀਦ ਦੇ ਬਾਰੇ ਲਿਖੀ ਹੋਈ ਨਜ਼ਮ ਸੁਣ ਰਹੇ ਹਾਂ ਜਿਹੜੀ ਉਹਨਾਂ ਨੇ ਆਪਣੇ ਅੰਦਾਜ਼ ਲਿਖੀ ਹੈ। ਇਸ ਤਰ੍ਹਾਂ ਇਹ ਬਹੁਤ ਵੱਡਾ ਇਸਤਾਰਾ ਨੇ ਮਜ਼ਾਹਮਤੀ ਸ਼ਾਇਰੀ ਦਾ ਕਲੋਨੀਅਲਿਜ਼ਮ ਦੇ ਖਿਲਾਫ ਅੰਗਰੇਜ਼ ਦਾ ਇਸ ਮੁਲਕ ਦੇ ਕਬਜ਼ੇ ਦੇ ਖਿਲਾਫ ਜਿਹੜੀ ਇਹਨਾਂ ਦੀ ਸ਼ਾਇਰੀ ਹੈ ਉਹ ਮਜ਼ਾਹਮਤੀ ਸ਼ਾਇਰੀ ਹੈ। ਉਹਦੇ ਵਿੱਚ ਅਹਿਮਦ ਖਾਨ ਖਰਲ ਸ਼ਹੀਦ ਦੇ ਬੰਦ ਇਹਨਾਂ ਨੇ ਉਹਦੀ ਆਪਣੀ ਜ਼ਬਾਨ ਦੇ ਵਿੱਚ ਲਿਖੇ ਉਸ ਇਲਾਕੇ ਦੀ ਜਿਹਨੂੰ ਇਹਨਾਂ ਨੇ ਉਹਦਾ ਜਾਂਗਲੋ ਲਹਿਜਾ ਦੱਸਿਆ। ਜਾਂਗਲੋ ਲਹਿਜਾ। ਸਰ ਜਰਾ ਕਿ ਦੇਖਣਾ ਮਾਰ ਮੁਰਾਦ ਦਾ ਜਿਹੜਾ ਮੈਂ ਉਹ ਪੇਸ਼ ਕੀਤਾ ਕਿ ਜ਼ਖਮੀ ਸ਼ੇਰ ਦੇ ਵਾਂਗਰਾ ਰਾਠ ਭੁੱਖ ਕੇ ਜ਼ਖਮੀ ਸ਼ੇਰ ਦੇ ਵਾਂਗਰਾ ਰਾਠ ਭੁੱਖ ਕੇ ਭੁੱਖਾ ਬਾਦ ਸ਼ਿਕਾਰ ਜੋ ਫਲਦਾ ਹੈ। ਮੁਖ ਫੁੱਲ ਗੁਲਾਬ ਦੇ ਵਾਂਗ ਰੱਤਾ ਸਾਰ ਸੋਨਾ ਹਾਲ ਅਹਿਵਾਲ ਦਾ ਹੈ। ਅੱਖੀ ਰੱਤੀਆਂ ਕਲੇ ਨੂੰ ਭਾ ਲੱਗੀ ਪਾਣੀ ਰਾਵੀ ਦਾ ਪਿਆ ਗੰਗਾਲ ਦਾ ਹੈ। ਤੇ ਜੱਗ ਥਨ ਵੱਡੇ ਨਾਲ ਕਾਬਿਲ ਨਾ ਕੁਝ ਵੇਖਦਾ ਨਾ ਕੁਝ ਭਾਲਦਾ ਹੈ। ਤੇ ਪਤਿਆਣਾ ਕਾਂ ਕੋਈ ਰੋਹ ਤੇ ਜਜ਼ਬਿਆਂ ਦੀ ਹੱਥ ਬੰਨਾ ਨਾ ਕੋਈ ਜਲਾਲਦਾ ਏ। ਤੇ ਰਾਠ ਠੱਲਿਆ ਨਾ ਸੂ ਠੱਲੀ ਸਕਦਾ ਅਜ਼ਮ ਏਡ ਦਲੇਲ ਦੇ ਬਾਲਦਾ ਏ। ਤੇ ਧਰਤੀ ਸਹਿਮ ਗਈ ਸੂਰਜ ਨੇ ਅੱਖ ਮੁੱਕੀ ਰਾਠ ਸਾਂਗ ਨੂੰ ਜਦੋਂ ਸੰਭਾਲਦਾ ਏ। ਤੇ ਕਾਲ ਬੋਲੀ ਬਰਕਲੀ ਦੇ ਸਿਰ ਚੜ ਕੇ ਨਾਰੰਗ ਹੱਥ ਬੰਨ ਅਰਜ਼ ਗੁਜ਼ਾਰ ਹੋਇਆ ਸਾਹ ਕੱਕੇ ਦੇ ਮੁੱਕ ਗਏ ਅਰਸ਼ ਤੂੰ ਰਾਠ ਜੰਗ ਦੀ ਕਾਣ ਤਿਆਰ ਏ। ਅੱਛਾ ਤੁਸੀਂ ਬਾਬਾ ਜੀ ਤਾਰੀਖ ਪੈਦਾਇਸ਼ ਤੁਹਾਡੀ ਕਿੰਨੀ ਹੈ? ਤਾਰੀਖ ਪੈਦਾਇਸ਼ ਮੇਰੀ 1 ਜਨਵਰੀ 1935। ਕਿਹੜੇ ਸ਼ਹਿਰ 'ਚ ਪੈਦਾਇਸ਼ ਹੋਈ? ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਪਿੰਡ ਢੰਡਾਓ। ਵਾਲਿਦ ਸਾਹਿਬ ਦਾ ਕੀ ਨਾਮ ਸੀ? ਰਹਿਮਤ ਖਾਨ। ਉਹ ਕੀ ਕਰਦੇ ਸੀ? ਜ਼ਿਮੀਂਦਾਰ। ਵਾਲਦਾ ਦਾ ਕੀ ਨਾਮ? ਮੇਰੀ ਵਾਲਦਾ ਦਾ ਸਾਹਿਬਾ ਦਾ ਨਾਂ ਸੀ ਨਵਾਬ ਬੀਬੀ। ਜਦੋਂ ਤੁਸੀਂ ਦੱਸਦੇ ਹੋ ਕਿ ਤੁਸੀਂ ਕੋਈ ਸਕੂਲ ਨਹੀਂ ਗਏ ਕਿਤੇ ਕਿਤਾਬ ਨਹੀਂ ਪੜ੍ਹੀ ਤੇ ਵੇ ਕਿਹਨਾਂ ਲੋਕਾਂ ਦੀ ਸੋਭਤ 'ਚ ਬੈਠੇ ਤੇ ਸ਼ਾਇਰੀ ਦਾ ਸ਼ੌਕ ਲੱਗ ਗਿਆ? ਸ਼ਾਇਰੀ ਇੰਡੀਆ ਉਹ ਦੌਰ ਜਿਹੜਾ ਸੀ ਨਾ ਜਿਹੜਾ ਤੁਸੀਂ 1935 ਤੋਂ ਲੈ ਕੇ 47 ਤੋਂ 50-60 ਤੱਕ 12 ਸਾਲ ਉਹ ਜਿਹੜਾ ਵੀ ਇਹ ਦੌਰ ਸੀ ਨਾ ਉਦੋਂ ਸ਼ਾਇਰੀ ਤਕਰੀਬਨ ਹਰ ਬੰਦਾ ਹੀ ਕਰ ਲੈਂਦਾ ਸੀ। ਅੱਛਾ ਹਰ ਤਬਕੇ ਦੇ ਅੰਦਰ ਬਸ ਹੁਣ ਤੁਸੀਂ ਦੇਖੋ ਨਾ ਜ਼ਿਮੀਂਦਾਰਾਂ ਦੇ ਵਿੱਚ ਜਿੰਨੀ ਗੋਡੀ ਉਨੀ ਡੋਡੀ
रज के बाद दब के खा, या मतलब है कि खा कर मजूरी खा चूरी। ये उस दौर के आम बोल चाल ਦੇ ਵਿੱਚ ਹੈ। ਸ਼ਾਇਰੀ ਉਦੋਂ ਇੱਦਾਂ ਹੁੰਦੀ ਸੀ। ਜਿਹੜੇ ਨੇ ਲੁੱਚਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ, ਇਹ ਸਾਰੇ ਉਦੋਂ ਉਸ ਦੌਰ ਦੀ ਨੇ, ਉਦੋਂ ਦੇ ਆਮ ਬੋਲ ਚਾਲ ਦੇ ਵਿੱਚ ਹੀ ਹੁੰਦਾ ਸੀ। ਹਰ ਗੱਲ ਸ਼ਾਇਰੀ 'ਚ ਕਰਨੀ। ਤੁਸੀਂ ਕੋਈ ਮੁਸ਼ਾਇਰੇ ਵੀ ਅਟੈਂਡ ਕੀਤੇ? ਸ਼ਾਇਰ ਇੰਡੀਆ 'ਚ ਨਹੀਂ, ਮੈਂ ਪਾਕਿਸਤਾਨ 'ਚ ਆ ਗਏ। ਪਾਕਿਸਤਾਨ ਦੇ ਵਿੱਚ ਬਹੁਤ ਕੀਤੇ। 1947 'ਚ ਕਿਹੜੇ ਸ਼ਹਿਰ ਆ ਗਏ ਫਿਰ? 1947 ਦੇ ਵਿੱਚ ਅਸੀਂ ਧੱਕੇ ਖਾਂਦੇ, ਲਾਹੌਰੋਂ ਡਿੱਗਦੇ ਕਹਿੰਦੇ ਇੱਥੇ ਕਿਚਕੋਟ 'ਚ ਆ ਗਏ ਸੀ ਫੈਸਲਾਬਾਦ। ਉਹ ਇੱਥੇ ਹੀ ਆ। ਉਦੋਂ ਦੇ ਅਸੀਂ ਇੱਥੇ ਹੀ ਆ। ਔਰ ਉਸ ਦੌਰ ਦੇ ਵਿੱਚ ਪੰਜਾਬੀ ਸ਼ਾਇਰ ਜਿਹੜਾ ਨੇ, ਇਸ ਦੀ ਇੱਦਾਂ ਦੀ ਕਦਰ ਹੁੰਦੀ ਸੀ ਕਿ ਬਾਹਰ ਜੁੱਤੀਆਂ ਸਨ ਜਗ੍ਹਾ ਮਿਲਦੀ ਹੁੰਦੀ ਸੀ ਬਹਿਣ ਨੂੰ। ਅੱਛਾ। ਪੰਜਾਬੀ ਸ਼ਾਇਰ ਨੂੰ ਇੱਦਾਂ ਸਮਝਿਆ ਜਾਂਦਾ ਜਿਵੇਂ ਸੈਯਦ ਦੇ ਘਰ ਵਿੱਚ ਚੂਹਾ ਆਣ ਵੜਿਆ। ਅੱਛਾ। ਅੱਛਾ, ਇਹ ਤੇ ਫਿਰ ਜਿਸ ਵੇਲੇ ਓਪਨ ਮੁਸ਼ਾਇਰੇ ਹੋਏ ਆ, ਜਦੋਂ ਪੰਜਾਬੀ ਵਾਲਿਆਂ ਨੇ ਪਰ ਖੋਲ੍ਹੇ ਆ, ਜਿਹਦੇ ਵਿੱਚ ਸ਼ੌਕਤ ਗਾਨੀ ਸਾਹਿਬ ਸੀ, ਜਿਨ੍ਹਾਂ ਨੇ ਮਤਲਬ ਹੈ ਕਿ ਸਹੀ ਤੇ ਮੈਂ ਕਹੂੰਗਾ ਕਿ ਫੈਸਲਾਬਾਦ ਦੀ ਸ਼ਾਇਰੀ ਦੀ ਮਾਂ ਜਿਹੜੀ ਹੈ, ਉਹ ਮਤਲਬ ਹੈ ਕਿ ਸ਼ੌਕਤ ਰਫਾਨੀ ਸਾਹਿਬ ਸਨ। ਪੰਜਾਬੀ ਅਦਬੀ ਮਹਾਲ ਚਨੋੜ ਬਾਜ਼ਾਰ, ਹਾਂਜੀ, ਹਰ ਜੁਮੇ ਨੂੰ ਮੁਸ਼ਾਇਰੇ ਹੁੰਦੇ ਸੀ ਬਹੁਤ ਵੱਡੇ ਵੱਡੇ। ਬਿਲਕੁਲ ਬਿਲਕੁਲ। ਉਹ ਗਲੀ ਨੰਬਰ 7 ਉਹਨਾਂ ਦਫ਼ਤਰ ਦੇ ਵਿੱਚ। ਬਿਲਕੁਲ ਬਿਲਕੁਲ, ਜਿੱਥੇ ਉਰਦੂ ਵੀ ਤੇ ਪੰਜਾਬੀ ਵੀ, ਲੇਕਿਨ ਪੰਜਾਬੀ ਨੂੰ ਜ਼ਿਆਦਾ ਸਪੋਰਟ ਕਰਦੇ ਸੀ। 1 ਨੰਬਰ ਨੂੰ ਕਰਾਰ ਦਿੱਤਾ ਪੰਜਾਬੀ। ਹਾਂਜੀ। ਔਰ ਫਿਰ ਅੰਮ੍ਰਿਤਾ ਪ੍ਰੀਤਮ ਨੂੰ ਬੁਲਾਇਆ ਤੁਹਾਡੇ ਇੱਥੇ ਧੋਬੀ ਘਾਟ, ਉਸ ਮੁਸ਼ਾਇਰੇ ਦੇ ਵਿੱਚ ਮੈਂ ਆਇਆ ਸਾਂ। ਵਾਹ। ਅੱਛਾ, ਫਿਰ ਜਦੋਂ ਓਪਨ ਮੁਸ਼ਾਇਰੇ ਹੋਏ, ਉਰਦੂ ਵਾਲਿਆਂ ਨੂੰ ਬਾਹਰ ਨਿਕਲਣਾ ਪਿਆ ਤੇ ਪਤਾ ਚੱਲਿਆ ਕਿ ਨਹੀਂ ਪੰਜਾਬੀ ਕੀ ਹੈ। ਔਰ ਪੰਜਾਬੀ ਇਸ ਤੋਂ ਵੀ ਫਿਰ ਜ਼ਿਆਦਾ ਅੱਗੇ ਨਿਕਲ ਗਈ, ਕਿਉਂਕਿ ਇਹ ਇਲਾਕਾ ਜਿਹੜਾ ਨਾ, ਇੱਥੇ ਉਰਦੂ ਸਪੀਕਿੰਗ ਬਹੁਤ ਘੱਟ ਸਨ, ਪੰਜਾਬੀ ਸਪੀਕਿੰਗ ਜ਼ਿਆਦਾ ਸਨ। ਉਹ ਹਰ ਬੰਦੇ ਦੀ ਗੱਲ ਸਮਝ ਆਉਂਦੀ ਸੀ। ਖੁੱਲ੍ਹੇ ਓਪਨ ਮੁਸ਼ਾਇਰੇ ਹੋਣ ਲੱਗ ਪਏ। ਪੰਜਾਬੀ ਹੱਦ ਤੱਕ ਇੱਥੋਂ ਤੱਕ ਆ ਗਈ ਕਿ ਲਾਹੌਰ ਤੋਂ ਜ਼ਿਆਦਾ ਪੰਜਾਬੀ ਇੱਥੇ ਆਈ। ਲਾਹੌਰੀਆਂ ਨੇ ਤਸਲੀਮ ਕੀਤਾ। ਫੈਸਲਾਬਾਦ ਜ਼ਿਆਦਾ ਪੰਜਾਬੀ ਹੋ ਰਹੀ। ਹਾਂ, ਫੈਸਲਾਬਾਦ ਜ਼ਿਆਦਾ। ਇੱਥੇ ਦੇ ਵੱਡੇ ਵੱਡੇ ਨਾਂ ਕਿਹੜੇ ਸੀ ਉਹਨਾਂ ਦੇ ਉਦੋਂ ਦੇ? ਅਸੀਰ ਸੋਲਵੀ, ਅਸੀਰ ਸੋਹਲਵੀ ਸਾਹਿਬ ਸਨ, ਨਾਦਰ ਜਾਜਵੀ, ਨਾਦਰ ਜਾਜਵੀ ਸਾਹਿਬ, ਨੂਰ ਮੁਹੰਮਦ ਕਪੂਰ ਥਲਵੀ। ਹਾਂਜੀ ਹਾਂਜੀ। ਔਰ ਅਮੀਨ ਰਾਹੀ ਦੇ ਵਾਲੇ ਸਾਹਿਬ ਨੂੰ ਸਿੱਖੀ, ਉਹਨਾਂ ਦਾ ਨਾਮ ਮੇਰੇ ਬਰਕਤ ਅਲੀ ਆਸੀ। ਔਰ ਫਿਰ ਮਤਲਬ ਹੈ ਕਿ ਅਮੀਨ ਰਾਹੀ, ਮਤਲਬ ਇਹ ਉਸ ਜਿਹਦੇ ਵਿੱਚ ਮਤਲਬ ਹੈ ਕਿ ਜੁਗਨੂ ਗੁਰਦਾਸਪੁਰੀ ਵੀ ਆ ਗਿਆ ਸੀ, ਜਿਹਦੇ ਅਮੀਰ ਅਬੂਜ਼ਰੀ ਸਾਹਿਬ ਜੁਗਨੂ ਗੁਰਦਾਸਪੁਰੀ ਬਾਅਦ 'ਚ ਆ ਗਿਆ ਸੀ। ਫਿਰ ਅਲੀ ਨੇ ਵੀ ਕੁਝ ਥੋੜ੍ਹੇ ਜਿਹੇ ਕਿਆ ਮਜ਼ਾਈਆ। ਅਨਵਰ ਪੱਟੀ ਕਿਆ ਬਾਤ। ਅਲੀ ਜ਼ੁਲਫੀ ਨੇ ਤੇ ਵੈਸੇ ਤਾਂ ਖੈਰ ਠੀਕ ਹੈ, ਕਿਹਾ ਉਹਨੂੰ ਥੋੜਾ ਬਹੁਤ ਅੱਛੇ ਇਹ ਨਾਂ ਤੁਹਾਡੇ ਦੇਖੋ ਨਾ, ਆਪਣੇ ਉਹ ਬਰੀ ਨਿਜ਼ਾਮੀ ਪੰਜਾਬੀ ਦੇ ਇਕਬਾਲ ਸ਼ਾਇਦਾ। ਹਾਂਜੀ ਹਾਂਜੀ। ਅਲਾਮਾ ਸਾਹਿਬ ਚਿਸ਼ਤੀ। ਕਿਆ ਬਾਤ ਹੈ, ਕਿਆ ਬਾਤ। ਬਾਬਾ ਜੀ ਉਸ ਵੇਲੇ ਵੀ ਫੈਸਲਾਬਾਦ ਤੇ ਫਿਰ ਇੰਜ ਸੀ ਨਾ, ਜ਼ਰਖੇਜ਼ ਹੋ ਗਏ, ਖੁੱਬਾ ਮੰਗਰੇ, ਹਾਤਮ ਪੱਟੀ। ਇਹ ਵੱਡੇ ਵੱਡੇ ਨਾਮ ਬਹੁਤ ਪੰਜਾਬੀ ਸ਼ਾਇਰੀ ਦੇ। ਹਾਂਜੀ ਹਾਂਜੀ। ਦਿਲਸ਼ਾਦ ਗਾਜ਼ੀ ਸਾਹਿਬ ਕੱਲ ਦੇ ਨਾ ਬਹੁਤ ਚਿਰ ਬਾਅਦ ਜ਼ਿਆਦਾ ਪੁਰਾਣੀ ਗੱਲ ਕਰੋ। ਉਹ ਚ ਇੱਕ ਵੀ ਸੀ ਬੜਾ ਸੀ ਨਾ, ਖੁਸ਼ਦਰ ਵਾਰਸੀ, ਮਕਰਰ ਲੁਧਿਆਣਵੀ, ਜੌਹਰ ਜਲੰਧਰੀ। ਕਿਆ ਬਾਤ। ਇਹ ਪੁਰਾਣੇ ਨਾਮ ਸਾਰੇ। ਅੱਛਾ, ਤੁਸੀਂ ਕਿਸੇ ਨੂੰ ਉਸਤਾਦ ਵੀ ਫੜਿਆ? ਕੋਈ ਸ਼ਾਇਰੀ ਤੁਹਾਡਾ ਉਸਤਾਦ ਹੈ ਬੰਦਾ? ਫੜਿਆ ਉਹਨੂੰ ਜਾਂਦਾ ਜਿਹੜਾ ਕਮਜ਼ੋਰ ਹੋਵੇ। ਮਾਸ਼ਾਅੱਲਾ। ਮੈਂ ਤੇ ਮਤਲਬ ਹੈ ਕਿ ਉਹਨਾਂ ਦਾ ਲੜ ਫੜ ਕੇ ਤੇ ਉਹਨਾਂ ਦੀ ਉਂਗਲ ਫੜ ਕੇ ਟੁਰਿਆ। ਵਾਹ ਵਾਹ। ਕਿੰਨਾ ਦੀ ਤੇ ਨਹੀਂ ਫੜਿਆ। ਸੈਯਦ ਮਸਰੂਰ ਹਸਨ ਮਸਰੂਰ ਬਦਾਯੂਨੀ ਜ਼ਿੰਦਾਬਾਦ। ਡਿਸਕੋਟ ਰਹਿ ਮੈਂ ਇੱਥੇ ਹੀ। ਹਾਂਜੀ, ਸਾਰੀ ਉਮਰ ਸੈਯਦ ਮਸਰੂਰ ਬਦਾਯੂਨੀ। ਹਾਂਜੀ ਹਾਂਜੀ। ਔਰ ਇਹ ਵੀ ਇੱਕ ਕਰਾਮਤ ਹੈ ਸੈਯਦ ਮਸਰੂਰ ਸ਼ਾਹ ਸਾਹਿਬ ਦੀ ਕਿ ਉਰਦੂ ਸਪੀਕਿੰਗ ਸਨ। ਅੱਛਾ। ਤੇ ਮੈਂ ਉਹਨਾਂ ਦੇ ਸ਼ਾਗਿਰਦ ਹਾਂ ਤੇ ਮੈਨੂੰ ਇਸਲਾਹ ਦਿੰਦੇ ਹੁੰਦੇ ਸੀ ਮੈਂ ਪੰਜਾਬੀ ਆਪ ਵੀ ਬਹੁਤ ਅੱਛਾ ਪੰਜਾਬੀ ਕਹਿ ਲੈਂਦੇ ਸੀ, ਲੇਕਿਨ ਪੜ੍ਹ ਨਹੀਂ ਸੁਣ ਸਕਦੇ। ਉਹ ਇਸ ਤਰ੍ਹਾਂ ਮੇਰੀਆਂ ਅੱਖੀਆਂ ਵਿੱਚੋਂ ਕਿਰਦੇ ਜਾਮਣ ਹੰਝੂ, ਜਿਸ ਤਰ੍ਹਾਂ ਮੁੱਲਾ ਤਸਬੀਹ ਮੇਰੇ ਹਾੜੀ ਦਾਣੇ ਘੇਰੇ। ਸ਼ੇਖ
पंजाबी बहुत अच्छी कह लेंदी सन लेकिन पढ़ नहीं सन सकते लहजा नहीं सन पंजाबी का उन्होंने सही हुंदा ਵਾਹ और कई जगह ते मैं मजाक नाल ऐसा होया कि अपने शेर पंजाबी दे उन्होंने नाम ते अपने कुंजाई ਸ਼ਰੀਰ ਕੁੰਜਾਈ शरीफ कुंजाई लाहौर असीं बैठे हैं ते उस्ताद साहब मैंने कहने लगे कि आज के बाद मुझे आप कहीं उस्ताद नहीं कहोगे कहीं बिल्कुल नहीं कहोगे मैं हूँ पहले चला गया मुशायरे से शरीफ कुंजाई साहब ने मैं कुंजाई साहब बात यह है कि अज मसरूर साहब तो पंजाबी छो ਹਾਂ जो कहती है पंजाबी मैं कही बहुत अच्छा कहती है मसलन उन्होंने कोई शेर एक शेर कहा कि अरशा वालिया ये शेर सी ना मेरा कि अरशा वालिया कफना जोगे पैसे नहीं रूह ले जाना है मुर्दा भी दफना लिया कर वाह 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 यार फिर तो जरूर सुनांगे मगर दूसरा शेर उन्होंने सुनो कि सारी रात त्रेड़ बेचारी फुल्लां दे मूँह धोंदी रही फजरे बन गए होर ही मालिक फुल्लां दियां तकदीरां दे मसरूर शाह साहब दे अच्छा कहंदे मैं कहा जी और अखियां खुलियां बिट बिट तक राह दिलदार किसी का छड़ चलिया जी इस दुनिया नूं ये भी मार किसी का ये भी मैं कहा उन्होंने अच्छा हुण मसरूर शाह साहब ने कहने लगे मसरूर साहब आज पंजाबी सुनेंगे आज पंजाबी सुनो नहीं पंजाबी मैं कहता नहीं वो कुंजाई साहब कहने लगे झूठ बोलते हैं वो आपका एक शागिर्द है ना शाहिद सबर वाकई आपके अशार कुछ आपके आपके अशार कुछ हमें सुनाए उसने तो हम तो आपसे वही सुनेंगे कहने लगे अच्छा वो उल्लू का पट्टा इधर गधा उल्लू का पट्टा वो गधा इधर भी आ गया अभी जनाब कहने लगे कि भाई अमान से कहता हूँ कि ये मेरे अशार नहीं है ये उल्लू के हैं जिन्हें जान मैं तो पंजाबी कह लेता हूँ मुझे पढ़ी मेरा लहजा जो है ना वो मुझे पंजाबी पढ़ने नहीं देता है उनसे ही सुनने मसरूर शाह साहब नाल साडे बहुत और इन्हें तो पता है कि शौक इरफानी ना ये हुण मतलब शौक इरफानी के गोडे तो सट लग गई तो लंगाग टुरन लग पे तो शाह साहब उन्होंने क्या कहना लंगा कैदू अच्छा यार लंगड़ियाल ओ फिर इन्हों का आपस के बड़ा मजाक सी और मजे वाली बात यह कि असी शागिर्द सन साढ़े नाल इन्ने बेतकल्लुफ होंदे सन मुझे कहना सत्तार मजीद आप तो है ना 5 ऐबी के शायर 5 ऐबी के मैंने कहा मैं जिसका माँ बाप होता है उसे बंदा बुरा भला कह लेता है ना जिसका कोई हो जिसका कोई हो ही ना कोई क्या तो मसलन मैं कहा ये जो उर्दू है ना ये इसकी समझ नहीं आती कहीं होता है कहीं होती है ये तो हिजड़ा है मुन्नस ही को कहते हैं मुज़क्कर ही को कहते हैं मुन्नस शी को कहते हैं हम तो मुखन्नस हैं ना ही हो मेरा शी हो मेरे अच्छा भाई उर्दू के पट्टे उर्दू जुबान है पंजाबी तो जुबान है पंजाबी तो बोली है ये तो अभी बोली भी नहीं है लेकिन जो भी है इसका सब कुछ इसका कल्चर है इसकी लाइफ है इसका आगा पीछा है उर्दू का क्या है ये तो 17 ज़बानें इकट्ठी करके मिक्स करके बनाई गई ये इसका नाम जो है वो भी इसका नहीं है मैं मानता हूँ कि पंजाबी का नाम भी नहीं है पंजाबी फारसी है ये भी मैं मानता हूँ लेकिन उर्दू अच्छा ये तो होते थे ना हाँ एक दफ़ा अमीन राही इधर गधे अबे गधे के बच्चे जी अब्बा जी वो हाजिर जवाब तो वो चल हाँ जी तो मेरा ख्याल बाबा जी अब्दुल शाहद को ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਪੰਜਾਬੀ ਦੇ ਬਾਰੇ ਉਰਦੂ ਦੇ ਬਾਰੇ ਔਰ ਮੁxtਲਫ ਜ਼ਬਾਨਾਂ ਦੇ ਬਾਰੇ ਬਾਬਾ ਜੀ ਕੁਰਾਨ ਪਾਕ ਦੇ ਤਫਸੀਰ ਦੇ ਬਾਰੇ ਕੋਈ ਗੱਲ ਦੱਸ ਦਿਓ ਤਰਜਮਾ ਇਹ ਤੁਸੀਂ ਕਿੰਨੀਆਂ ਸੂਰਤਾਂ ਦਾ ਕੀਤਾ ਹੈ ਮੁਕੰਮਲ ਕੁਰਾਨ ਹਕੀਮ ਦਾ ਕੀਤਾ ਹੈ ਸੂਰਾ ਫੀਲ ਦਾ ਤਰਜਮਾ ਜਿਹੜਾ ਤੁਹਾਨੂੰ ਕੀਤਾ ਹਾਥੀ ਵਾਲਿਆਂ ਦਾ ਕੀਤਾ ਪਾਉ ਪੀਪਾ ਮੈਂ ਇਹ ਸੁਣਾ ਦਿਓ ਜਰਾ ਮੈਂ ਹਾਥੀ ਵਾਲੇ ਦਾ ਕੀਤਾ ਪਾਉ ਪੀਪਾ ਪਾਉ ਕੀਤਾ बिस्मिल्लाह शुरू करा मैं अल्लाह का नाम लैके जो बहुत बड़ा मेहरबान है वाह
ਸ਼ੁਰੂ ਕਰਾਂ ਮੈਂ ਅੱਲਾ ਦਾ ਨਾਮ ਲੈ ਕੇ ਜੋ ਬਹੁਤ ਬੜਾ ਮਿਹਰਬਾਨ ਹੈ ਜੀ। ਰਹਿਮ ਕਰਦਿਆਂ ਜ਼ਰਾ ਨੂੰ ਢਿੱਲ ਕਰਦਾ, ਮਹਿਰਮ ਦਿਲਾਂ ਦਾ ਜੋ ਜਾਣੀ ਜਾਣ ਹੈ ਜੀ। ਵਾਹ ਤੇ ਤੁਸੀਂ ਵੇਖਿਆ ਜੇ ਤੁਹਾਡੇ ਰੱਬ ਸਾਈਂ ਹਾਥੀ ਵਾਲਿਆਂ ਦੇ ਨਾਲ ਕੀ ਕੀਤਾ। ਵਾਹ ਸਕੀਮਾਂ ਨਾਲ ਸਣ ਕਾਬੇ ਨੂੰ ਢਾਉਣ ਆਏ, ਜਦੋਂ ਕਾਬੇ ਨੂੰ ਢਾਉਣ ਨੂੰ ਜੀ ਕੀਤਾ ਵਾਹ ਤੇ ਸਕੀਮਾਂ ਸਾਰੀਆਂ ਧਰੀਆਂ ਦੀਆਂ ਰਹੀਆਂ ਧਰੀਆਂ। ਜਦੋਂ ਡਾਰੋ ਡਾਰ ਅਬਾਬੀਲ ਘੱਲੇ, ਵਾਹ। ਉਹਨਾਂ ਮਾਰੀਆਂ ਕੈਂਕਰਾਂ ਰੱਬ ਤੇਰੇ ਹਾਥੀ ਵਾਲਿਆਂ ਦਾ ਪੀਪਾ ਪੀ। ਮੀ ਪਾ ਔਰ ਸ਼ੁਰੂ ਕਰਾਂ ਮੈਂ ਅੱਲਾ ਦਾ ਨਾਮ ਲੈ ਕੇ ਜੋ ਬਹੁਤ ਬੜਾ ਮਿਹਰਬਾਨ ਹੈ ਜੀ। ਰਹਿਮ ਕਰਦਿਆਂ ਜ਼ਰਾ ਨਹੀਂ ਢਿੱਲ ਕਰਦਾ, ਮਹਿਰਮ ਦਿਲਾਂ ਦਾ ਜੋ ਜਾਣੀ ਜਾਣ ਹੈ ਜੀ। ਤੇ ਜਾ ਬਖਸ਼ਿਆ ਕੌਸਰ ਮੈਂ ਚੰਨ ਮਾਹੀ, ਨਾਲ ਬਰਕਤਾਂ ਬੇਸ਼ੁਮਾਰੀਆਂ ਨਹੀਂ। ਬਹੁਤ ਅੱਛੇ ਸੂਰਜ ਕੌਸਰ ਦਾ ਤਰਜਮਾ। ਵਾਹ ਜਾ ਵਾਹ ਵਾਹ ਬਖਸ਼ਿਆ ਕੌਸਰ ਮੈਂ ਚੰਨ ਮਾਹੀ, ਨਾਲ ਬਰਕਤਾਂ ਬੇਸ਼ੁਮਾਰੀਆਂ ਨਹੀਂ। ਬਹੁਤ ਅੱਛੇ। ਮੇਰੀਆਂ ਨੇਮਤਾਂ ਜੋ ਮੈਂ ਬਖਸ਼ੀਆਂ ਨਹੀਂ, ਕਰੀ ਖੂਬ ਤੂੰ ਸ਼ੁਕਰ ਗੁਜ਼ਾਰੀਆਂ ਨਹੀਂ। ਵਾਹ ਪੜੀ ਨਮਾਜ਼ਾਂ ਤੇ ਦਈ ਕੁਰਬਾਨੀਆਂ ਤੂੰ, ਤੈਨੂੰ ਸੋਂਦੀਆਂ ਜੱਗ ਮੁਖਤਾਰੀਆਂ ਨਹੀਂ। ਵਾਹ। ਤੇਰੇ ਵੈਰੀਆਂ ਦਾ ਨਾਮ ਗੁੱਲ ਹੋਣਾ ਅਤੇ ਜਾਣੀਆਂ ਫਿਰ ਬਹਾਰੀਆਂ ਨਹੀਂ। ਵਾਹ ਵਾਹ ਸ਼ੁਰੂ ਕਰਾਂ ਮੈਂ ਅੱਲਾ ਦਾ ਨਾਮ ਲੈ ਕੇ ਸੁਭਾਨ ਅੱਲਾਹ। ਜੋ ਬਹੁਤ ਬੜਾ ਮਿਹਰਬਾਨ ਹੈ ਜੀ। ਰਹਿਮ ਕਰਦਿਆਂ ਜ਼ਰਾ ਨਹੀਂ ਢਿੱਲ ਕਰਦਾ, ਮਹਿਰਮ ਦਿਲਾਂ ਦਾ ਜੋ ਜਾਣੀ ਜਾਣ ਹੈ ਜੀ। ਤੇ ਅੱਲਾਹ ਪਾਕ ਨੂੰ ਹਮਦ ਸਨਾ ਸਾਰੀ ਜੋ ਰੱਬ ਹੈ ਆਲਮਾਂ ਸਾਰਿਆਂ ਦਾ, ਰਹਿਮਾਨ ਰਹੀਮ ਉਹ ਜ਼ਾਤ ਬਾਰੀ ਬਖਸ਼ਣਹਾਰ ਜਿਹੜਾ ਔਗਣ ਹਾਰਿਆਂ ਦਾ। ਤੇ ਮਾਲਕ ਯੌਮੇ ਨਸ਼ੂਰ ਦਾ ਹੈ ਜਿਹੜਾ ਖਾਲਕ ਸੂਰਜ ਤੇ ਚੰਨ ਸਿਤਾਰਿਆਂ ਦਾ। ਜਾਨੀ ਮਾਲੀ ਇਬਾਦਤ ਹੈ ਉਹਨੂੰ ਮਦਦਗਾਰ ਜੋ ਸੰਤ ਪਿਆਰਿਆਂ ਦਾ। ਤੇ ਸਿੱਧੇ ਰਾਹ ਜੋ ਟੁਰੇ ਇਨਾਮ ਪਾਇਆ, ਰਾਹ ਦੱਸੀ ਉਹਨਾਂ ਨੇਕੋ ਕਾਰਿਆਂ ਦਾ। ਵਾਹ। ਤੇ ਜੋ ਹੋਏ ਗੁਮਰਾਹ ਅਜ਼ਾਬ ਝੱਲੇ, ਰਾਹ ਦੱਸੀ ਨਾ ਉਹਨਾਂ ਬਦਕਾਰਿਆਂ ਦਾ। ਵਾਹ। ਸਾਡੀ ਇਹ ਦੁਆ ਮਨਜ਼ੂਰ ਕਰ ਲੈ, ਲਾਜ ਰੱਖੀ ਆਮੀਨ ਪੁਕਾਰਿਆਂ ਦਾ। ਆਮੀਨ। ਕੀਤਾ ਤਰਜਮਾ ਸੂਰਾ ਫਾਤਿਹਾ ਦਾ, ਸ਼ਾਇਦ ਮਜ਼ਾ ਆਇਆ ਅੱਖਰ ਮਾਰਿਆਂ ਦਾ। ਬਹੁਤ ਅੱਛੇ ਸੂਰਜ ਫਾਤਿਹਾ ਦਾ ਤਰਜਮਾ ਬਹੁਤ ਪਿਆਰਾ। ਔਰ ਸ਼ੁਰੂ ਕਰਾਂ ਮੈਂ ਅੱਲਾ ਦਾ ਨਾਮ ਲੈ ਕੇ ਜੋ ਬਹੁਤ ਬੜਾ ਮਿਹਰਬਾਨ ਹੈ ਜੀ। ਰਹਿਮ ਕਰਦਿਆਂ ਜ਼ਰਾ ਨੂੰ ਢਿੱਲ ਕਰਦਾ, ਮਹਿਰਮ ਦਿਲਾਂ ਦਾ ਜੋ ਜਾਣੀ ਜਾਣ ਹੈ ਜੀ। ਅਲੀਫ ਲਾਮ ਮੀਮ ਜੇ ਬਕਰਾ ਦੀ ਆਇਤ ਪਹਿਲੀ ਰਮਜ਼ ਯਾਰ ਨੇ ਯਾਰ ਨੂੰ ਲਾਈ ਹੋਈ ਹੈ। ਵਾਹ ਤਰਜਮਾ ਨਹੀਂ ਨਾ ਰੂਫੇ ਮੁਕੱਤਿਆ ਦੇ ਨਾ। ਅਲੀਫ ਲਾਮ ਮੀਮ ਜੇ ਬਕਰਾ ਦੀ ਆਇਤ ਪਹਿਲੀ ਰਮਜ਼ ਯਾਰ ਨੇ ਯਾਰ ਨੂੰ ਲਾਈ ਹੋਈ ਹੈ। ਸ਼ੱਕ ਇਸ ਕਿਤਾਬ ਵਿੱਚ ਭੋਲ ਵੀ ਨਹੀਂ, ਨਾਜ਼ਲ ਰੱਬ ਦੀ ਜ਼ਾਤ ਫਰਮਾਈ ਹੋਈ ਹੈ। ਨਸੀਹਤ ਮੋਮਨਾ ਵਾਸਤੇ ਹੈ ਸੋਹਣੀ, ਚਿੱਠੀ ਪਾਕ ਰਸੂਲ ਨੂੰ ਆਈ ਹੋਈ ਹੈ। ਜੋ ਗੈਬ ਦੇ ਉੱਤੇ ਈਮਾਨ ਰੱਖਣ, ਨਮਾਜ਼ ਨਾਲ ਪ੍ਰੇਮ ਅਪਣਾਈ ਹੋਈ ਹੈ। ਰਾਹ ਮੇਰੇ ਤੇ ਖਰਚ ਦੇ ਜੋ ਦੌਲਤ ਜੋ ਉਹਨਾਂ ਨੂੰ ਮੈਂ ਅਤਾਈ ਹੋਈ ਹੈ। ਨਾਜ਼ਲ ਹੋਇਆ ਕੁਰਾਨ ਵੀ ਮੰਨਦੇ ਨੇ, ਨਾਲੇ ਪਹਿਲਾਂ ਵੀ ਜੋ ਕਲਾਈ ਹੋਈ ਹੈ। ਤੇ ਕਿਆਮਤ ਉੱਤੇ ਵੀ ਪੂਰਾ ਯਕੀਨ ਰੱਖਣ, ਕਚਹਿਰੀ ਸਮਝਣ ਕਿ ਰੱਬ ਨੇ ਲਾਈ ਹੋਈ ਹੈ। ਉਹਨਾਂ ਰੱਬ ਦੇ ਕੋਲੋਂ ਹਦਾਇਤ ਪਾ ਲਈ, ਬਖਸ਼ਿਸ਼ ਉਹਨਾਂ ਦੇ ਹਿੱਸੇ ਵਿੱਚ ਆਈ ਹੋਈ ਹੈ। ਨਸੀਹਤ ਕਰੋ ਨਾ ਕਰੋ ਕਾਫਿਰਾਂ ਨੂੰ, ਲੋਈ ਇਹਨਾਂ ਨੇ ਸ਼ਰਮ ਦੀ ਲਾਈ ਹੋਈ ਹੈ। ਦਿਲਾਂ ਅੱਖਾਂ ਤੇ ਕੰਨਾਂ ਤੇ ਰੱਬ ਤੇਰੇ ਮੋਹਰ ਕੁਫਰ ਦੀ ਇਹਨਾਂ ਦੇ ਲਾਈ ਹੋਈ ਹੈ। ਅਜ਼ਾਬ ਇਹਨਾਂ ਦੇ ਲਈ ਤਿਆਰ ਵੱਡਾ ਅੱਗ ਕਹਿਰ ਦੀ ਰੱਬ ਨੂੰ ਭੜਕਾਈ ਹੋਈ। ਸੂਰਾ ਬਕਰਾ ਦਾ ਪਹਿਲਾ ਰਕੂ ਪਾਸ਼ ਹੋਇਆ। ਇਹ ਕੋਈ ਕਿਤਾਬਾਂ ਛਪੀਆਂ ਵੀ ਨੇ ਬਾਬਾ ਜੀ ਤੁਹਾਡੀਆਂ ਇੰਡੀਆ 'ਚ ਛਾਪਿਆ ਜੀ, ਇੰਡੀਆ 'ਚ? ਇਹੋ ਹੀ ਕੁਰਾਨ ਪਾਕ ਦਾ ਤਰਜਮਾ ਮੁਕੰਮਲ ਛਾਪਿਆ ਜੀ। ਛਪ ਗਿਆ ਨਾ 30 ਪਾਰਿਆਂ ਦਾ ਹੀ? 30 ਸਪਾਰੇ ਬਾਦਸ਼ਾਹ 6 ਜਿਲਦਾਂ 'ਚ ਛਾਪਿਆ ਜੀ। ਤੁਹਾਡੇ ਕੋਲ ਆਏ ਹੋਣੇ ਹਾਂਜੀ ਤੇ ਇੱਥੇ ਆਇਆ ਤੁਹਾਡੇ ਕੋਲ ਭੇਜਿਆ ਉਹਨਾਂ ਨੇ? ਭੇਜਿਆ ਗੁਰੂ ਇਹ ਗੁਰਮੁਖੀ ਚ ਆ ਜਾਂ ਦੂਸਰੀ ਗੁਰਮੁਖੀ ਲਿਪੀ ਚ? ਇਹ ਅਬੈਦੁੱਲਾ ਤੌਹੀਦੀ ਨੇ ਵੀ ਕੋਈ ਤਰਜਮੇ ਕੀਤੇ ਆ? ਬਹੁਤ ਅੱਛਾ ਤਰਜਮਾ। ਇੱਥੇ ਤਾਂ ਮੇਰੇ ਖਿਆਲ ਹੈਗੇ ਨੇ ਉਹ ਸ਼ੱਕਰਗੜ੍ਹ ਦੇ ਹਾਂ ਬਹੁਤ ਅੱਛਾ ਤਰਜਮਾ, ਅਬੈਦੁੱਲਾ ਤੌਹੀਦ। ਬਹੁਤ ਅੱਛਾ। ਕਾਜ਼ੀ ਸਾਹਿਬ ਮੈਂ ਇੱਕ ਦੋ ਨਜ਼ਮਾਂ ਤੁਹਾਡੇ ਗੁਜ਼ਾਰਿਸ਼ ਗੁਜ਼ਾਰਨਾ ਚਾਹੁੰਦਾ ਤੁਹਾਡੇ ਹਜ਼ੂਰ। ਜੀ ਜੀ ਸੁਣਾ ਦਿਓ। ਭਾਈ ਜੀ ਨਹੀਂ ਲੱਭਿਆ ਕਿੱਥੇ ਸਾਨੂੰ? ਦੱਸਿਓ ਜੀ ਕੀ ਕਹਿੰਦੇ। ਸੈयद ਫਾਰੂਕ ਹਸਨ ਸਾਹਿਬ ਤੁਹਾਨੂੰ ਦੇਖ ਰਹੇ ਨੇ ਔਰ ਬੜੀ ਤਾਰੀਫ ਕਰ ਰਹੇ ਨੇ। ਅੱਛਾ ਜੀ। ਅਬਦੁਲ ਖਾਲਕ ਸਨਮ ਦੇਖ ਰਿਹਾ ਜਿਹੜਾ ਗੁਜਰਾਵਾਲਾ ਤੋਂ ਜ਼ਫਰ ਇਕਬਾਲ ਹੈਦਰੀ ਤੁਹਾਨੂੰ ਦੇਖ ਰਹੇ ਨੇ। ਆਰਫ ਤੋਹੀਸਾ ਲੋਧੀ ਸਾਹਿਬ ਦੇਖ ਰਹੇ ਨੇ। ਖਾਲਕ ਸਨਮ ਸਾਹਿਬ ਦੇਖ ਰਹੇ ਨੇ। ਐਸਨ ਜ਼ਈਸਾ ਰੇਡੀਓ ਪ੍ਰੋਡਿਊਸਰ ਫੈਸਲਾਬਾਦ ਉਹ ਵੀ ਦੇਖ ਰਹੇ। ਆਰਜੇ ਅਹਿਮਦ ਯਾਦ ਬਲੋਚ ਇਹ ਵੀ ਤੁਹਾਨੂੰ ਦੇਖ ਰਹੇ ਨੇ। ਅੱਛਾ ਜੀ। ਨਜ਼ਮਾਂ ਸੁਣਾ ਦਿਓ। ਕਿ ਬਿਨਤੇ ਹਵਾ, ਵਾਹ। ਨਜ਼ਮ ਦਾ ਅਨਵਾਨ ਹੈ ਬਿਨਤੇ ਹਵਾ। ਬਿੰਤ ਹਵਾ, ਜੰਮਦਿਆਂ ਧੀ ਰਾਣੀ ਬੋਲੀ ਵਾਹ ਅੱਖੀਆਂ ਰਾਹੀਂ। ਵਾਹ। ਜੰਮਦਿਆਂ ਧੀ ਰਾਣੀ ਬੋਲੀ ਅੱਖੀਆਂ ਰਹਿਣ। ਜੰਮਦਿਆਂ ਧੀ ਰਾਣੀ ਬੋਲੀ ਅੱਖੀਆਂ ਰਾਹੀਂ। ਅੱਬੂ ਜੀ ਕਿਉਂ ਰੋਂਦੇ ਪਏ ਹੋ? ਰੋਂਦੇ ਨਹੀਂ ਜੀ, ਚੰਗੇ ਲੱਗਦੇ।
ਵਾਹ ਇਬਨੇ ਆਦਮ ਰੋਣੇ ਲਈ ਤੇ ਮੈਂ ਜੰਮੀ ਆ ਹਮ। ਬਿਨਤੇ ਹਵਾ। ਆਹ और दूसरी नज्म का अनवान है मेरा घर। सदरा कुटियां जज्बे भूरे ਧੀਆਂ ਭੈਣਾਂ ਦੀ ਰੱਤ ਲੈ ਕੇ ਕਹਾਣੀ ਕੀਤੀ ਵਾਹ ਤੇ ਨਿੱਕੇ ਨਿੱਕੇ ਬਾਲਕ ਇੱਟਾਂ ਦੇ ਥਾਂ ਹੱਥੀਂ ਚਿਣ ਕੇ ਜੀ ਘਰ ਉਸਾਰੀ ਕੀਤਾ। ਮਾਸਾ ਜਿੰਨੀ ਛਾਂ ਨਹੀਂ ਲੱਭੀ, ਉਸੇ ਹੀ ਘਰ ਵਿੱਚ ਥਾਂ ਨਹੀਂ ਲੱਭੀ। ਵਾਹ 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 ਉਸੇ ਚੱਲ ਬਹੁਤ ਅੱਛੇ ਹੁਣ 2-4 ਗਜ਼ਲਾਂ ਦੇ ਸ਼ੇਰ ਸੁਣਾ ਕੇ ਮੁਕੰਮਲ ਕਰੀਏ ਆਪਣੇ ਇਸ ਸਿਲਸਿਲੇ ਨੂੰ ਸੁਣਾ ਦਿਓ ਕਿ ਦੁੱਖਾਂ ਦਰਦਾਂ ਨਾਲ ਭਰਪੂਰ ਪਾਲਿਆ ਕਰ। ਵਾਹ ਵਾਹ ਦੁੱਖਾਂ ਦਰਦਾਂ ਨਾਲ ਪ੍ਰਪੜ ਪਾ ਲਿਆ ਕਰ ਹਾਂ ਦੁੱਖਾਂ ਦਰਦਾਂ ਨਾਲ ਭਰਪੂਰ ਪਾਲਿਆ ਕਰ। ਦਿਲ ਦੀ ਨਗਰੀ ਹੌਕਿਆਂ ਨਾਲ ਸਜਾ ਲਿਆ ਕਰ। ਵਾਹ ਔਰ ਜੇਕਰ ਤੈਨੂੰ ਪੈ ਜਾਏ ਲੋੜ ਹਯਾਤੀ ਦੀ, ਜੇਕਰ ਤੈਨੂੰ ਪੈ ਜਾ ਲੋੜ ਹਯਾਤੀ ਦੀ ਆਪਣੀ ਜੇਬ ਨੂੰ ਚੁੱਪਦੇ ਜੰਦਰੇ ਲਾ ਲਿਆ ਕਰ। ਆਪਣੇ ਜੀਵਨ ਨੂੰ ਚੁੱਪ ਦੇ ਜਾਂਦੇ ਲਾ ਲੈ ਪਿਆਰਸ਼ਾ ਵਾਲਿਆ ਤਫਨਾ ਜੋਗੇ ਪੈਸੇ ਨਹੀਂ। ਵਾਹ ਰੂਹ ਲੈ ਜਾਣਾ ਹੈ ਅਫਸ਼ਾਂ ਵਾਲਿਆ ਅਰਸ਼ਾਂ ਵਾਲਿਆ ਤਫਨਾ ਜੋਗੇ ਪੈਸੇ ਨਹੀਂ। ਰੂਹ ਲੈ ਜਾਣਾ ਮੁਰਦਾ ਵੀ ਦਫਨਾ ਲਿਆ ਕਰ। ਬਹੁਤ ਅੱਛੇ ਕਾਰਾਂ ਕੋਠੀਆਂ ਵਾਲਿਆਂ ਤੈਨੂੰ ਝਾਗ ਲਿਆ, ਵਾਹ ਬਾਹਰ ਛੁਪਾ ਕੇ ਸਾਡੇ ਹੀ ਕੋਠੇ ਢਾਲਿਆ ਕਰ। ਵਾਹ ਉਹ ਯਾਦਾਂ ਇਸ ਤਰ੍ਹਾਂ ਭੰਗੜੇ ਪਾਏ ਦਿਲ ਦੀ ਬਾਰੀ ਵਿੱਚ। ਵਾਹ ਯਾਦਾਂ ਇਸ ਤਰ੍ਹਾਂ ਭੰਗੜੇ ਪਾਏ ਦਿਲ ਦੀ ਬਾਰੀ ਵਿੱਚ, ਹਮ, ਜਿਸ ਤਰ੍ਹਾਂ ਭੜਥੂ ਪਾਉਂਦਾ ਹੈ ਕਾਲਾ ਸੱਪ ਪਟਾਰੀ ਵਿੱਚ। ਵਾਹ ਯਾਦਾਂ ਇਸ ਤਰ੍ਹਾਂ ਭੰਗੜੇ ਪਾਏ ਦਿਲ ਦੀ ਬਾਰੀ ਵਿੱਚ, ਜਿਸ ਤਰ੍ਹਾਂ ਭੜਥੂ ਪਾਉਂਦਾ ਹੈ ਕਾਲਾ ਸੱਪ ਪਟਾਰੀ ਵਿੱਚ। ਔਰ ਪੱਗਾਂ ਵੀ ਦਫਨਾਈਆਂ ਨੇ ਮੈਂ, ਚੁੰਨੀਆਂ ਵੀ ਦਫਨਾਈਆਂ। ਪੱਗਾਂ ਵੀ ਦਫਨਾਈਆਂ ਨੇ ਮੈਂ, ਚੁੰਨੀਆਂ ਵੀ ਦਫਨਾਈਆਂ। ਖੌਰੇ ਕਿੰਨੀਆਂ ਕਬਰਾਂ ਬਣੀਆਂ ਦਿਲ ਦੀ ਢਾਰੀ ਵਿੱਚ। ਵਾਹ ਵਾਹ ਔਰ ਮਾਂ ਬੋਲੀ ਤੋਂ ਡਾਢੀ ਨਫ਼ਰਤ ਕਰਦੇ ਲੋਕ ਕੁਚੱਜੇ। ਵਾਹ ਮਾਂ ਬੋਲੀ ਤੋਂ ਡਾਢੀ ਨਫ਼ਰਤ ਕਰਦੇ ਲੋਕ ਕੁਚੱਜੇ। ਖੌਰੇ ਨਾ ਕੀ ਮਾੜਾ ਡਿੱਠਾ ਇਸ ਵਿਚਾਰੀ ਵਿੱਚ। ਵਾਹ ਤੋ ਸੂਲੀ ਚੜ ਕੇ ਸ਼ੇਰ ਸੱਜੀ ਇੱਕ ਸ਼ੇਰ ਜੀ ਤਵੱਜੋ ਤਲਬ ਹੈ। ਛੁੜੀ ਚਾੜ ਕੇ ਸੂਲੀ ਚੜ ਕੇ ਇੱਕ ਮਨਸੂਰ ਤਾਈਂ ਕੀ ਹੋ ਗਿਆ ਏ ਤੁਸੀਂ ਥੱਕ ਗਏ ਹੋ। ਵਾਹ ਸੂਲੀ ਚੜ ਕੇ ਇੱਕ ਮਨਸੂਰ ਤਾਈਂ ਕੀ ਹੋ ਗਿਆ ਏ ਤੁਸੀਂ ਥੱਕ ਗਏ ਹੋ। ਮੁੱਕ ਗਏ ਮਨਸੂਰ ਜਹਾਨ ਵਿੱਚੋਂ ਜਾਂ ਕਿ ਸੂਲੀਆਂ ਭਾਰ ਨਹੀਂ ਸਹਿੰਦੀਆਂ ਨੇ। ਵਾਹ ਮੁੱਕ ਗਏ ਮਨਸੂਰ ਜਹਾਨ ਵਿੱਚੋਂ ਜਾਂ ਕਿ ਸੂਲੀਆਂ ਭਾਰ ਨਹੀਂ ਸਹਿੰਦੀਆਂ ਨੇ। ਤੇ ਸੂਰਜ ਡੁੱਬਦੇ ਹੋਏ ਆਵਾਜ਼ ਦਿੱਤੀ, ਸੂਰਜ ਡੁੱਬਦੇ ਹੋਏ ਆਵਾਜ਼ ਦਿੱਤੀ, ਹੁਸਨ ਵਾਲਿਓ ਵੇਖ ਲਓ ਹਾਲ ਮੇਰਾ। ਵਾਹ ਸੂਰਜ ਡੁੱਬਦੇ ਹੋਏ ਆਵਾਜ਼ ਦਿੱਤੀ, ਹੁਸਨ ਵਾਲਿਓ ਵੇਖ ਲਓ ਹਾਲ ਮੇਰਾ। ਵਾਹ ਮੇਰੇ ਵਾਂਗਰਾ ਸ਼ਿਕਰ ਦੁਪਹਿਰ ਜਾਣੀ ਆਖਰ ਹਰ ਉੱਤੇ ਸ਼ਾਮਾਂ ਪੈਂਦੀਆਂ ਨੇ। ਵਾਹ ਤੇ ਕੈਦੀ ਜ਼ੁਲਫ ਨੇ ਬੇਸ਼ੁਮਾਰ ਡਿੱਠੇ ਜਦੋਂ ਇਸ਼ਕ ਅੰਦਰ ਜ਼ਰਾ ਝਾਕਿਆ ਮੈਂ। ਗਾਨੇ ਪਿੱਟਦੇ ਤੇ ਸਿਰ ਫਿਰ ਰੋਂਦੇ ਤੇ ਚੁੱਪ ਵੱਟੀ ਵੇਖੀ ਮਹਿੰਦੀਆਂ ਨੇ। ਬਹੁਤ ਅੱਛੇ ਬਾਸਤ ਮੁਮਤਾਜ਼ ਸੈयद ਸਾਹਿਬ ਤਾਂ ਦੇਖ ਰਹੇ ਨੇ, ਪ੍ਰੋਫੈਸਰ ਮੁਹੰਮਦ ਅਮੀਨ ਸਾਹਿਬ ਦੇਖ ਰਹੇ ਨੇ, ਆਦਮੀ ਅੰਸਾਰੀ। ਆਖਰ ਤੇ ਇਹ ਗਾਣੇ ਦੀ ਵੀ ਗੱਲ ਕਰਦੇ ਹੋ ਜਿਹੜਾ ਸੀ ਤੁਹਾਡਾ ਯਾਰ ਮੰਗਿਆ ਸੀ ਤੇ ਤੋਂ ਰੱਬਾ ਰੋ ਕੇ ਤੇ ਕਿਹੜੀ ਮੈਂ ਖੁਦਾਈ ਮੰਗ ਲਈ, ਇਹਦੇ ਬਾਰੇ ਇਹਦੇ ਬਾਰੇ ਕੀ ਜੀ, ਮੈਂ ਪਹਿਲੇ ਅਰਜ਼ ਕੀਤਾ ਕਿ ਸ਼ਾਇਰੀ ਮੈਂ ਨਹੀਂ ਕੀਤੀ, ਸ਼ਾਇਰੀ ਨੇ ਮੈਨੂੰ ਕੀਤਾ। ਮੈਨੂੰ ਨਹੀਂ ਪਤਾ ਕੀ ਮੈਂ ਕਿਹਾ ਕੀ, ਬਲਕਿ ਇੱਕ ਦਫਾ ਐਸਾ ਵੀ ਹੋਇਆ ਕਿ ਇੱਕ ਨਾ ਇੰਟਰਵਿਊ ਦੇ ਵਿੱਚ ਸੂਈ ਮੇਰੀ ਫਸ ਗਈ ਸੀ। ਅੱਛਾ ਉਹਨਾਂ ਨੇ ਕਿਹਾ ਜੀ ਇਹ ਗੀਤ ਤੁਹਾਡਾ ਹੈ। ਮੈਂ ਕਿਹਾ ਜੀ ਨਹੀਂ। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਨਹੀਂ ਲਿਖਿਆ। ਮੈਂ ਕਿਹਾ ਜੀ ਲਿਖਿਆ ਮੈਂ। ਤੇ ਫਿਰ ਗੀਤ ਤੁਹਾਡਾ? ਮੈਂ ਕਿਹਾ ਜੀ ਨਹੀਂ। ਉਹਨੇ ਕਿਹਾ ਤੁਸੀਂ ਲਿਖਿਆ ਤੁਸੀਂ? ਮੈਂ ਕਿਹਾ ਜੀ ਲਿਖਿਆ ਮੈਂ। ਤੇ ਫਿਰ ਤੁਹਾਡਾ ਹੋਇਆ? ਮੈਂ ਕਿਹਾ ਜੀ ਨਹੀਂ। ਹਰ ਚੀਜ਼ ਲਿਖਣ ਵਾਲੇ ਦੀ ਨਹੀਂ ਹੁੰਦੀ। ਜਿਵੇਂ ਕੋਈ ਬੰਦਾ ਖਤ ਲਿਖਾਉਂਦਾ, ਵਾਹ 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 ਖਤ ਉਹਨੇ ਲਿਖਾ ਦਿੱਤਾ, ਵਾਹ ਵਾਹ ਉਹ ਖਤ ਕਿਸੇ ਦਾ ਗਿਆ, ਕਿਸੇ ਨੂੰ ਉਹ ਲਿਖਾਇਆ ਉਹ ਮਾਲਕ ਨੇ ਲਿਖਿਆ ਕਿਸੇ। ਜਿਹੜਾ ਲਿਖਣ ਵਾਲਾ ਨਾ
ਉਹਦਾ ਮਾਲਕ ਨੇ, ਜਿਹਨੇ ਲਿਖਵਾਇਆ ਉਹ। ਬਹੁਤ ਅੱਛੇ। ਇਹ ਤੁਹਾਡੇ ਕੋਲ ਕਿਹਨੇ ਲਿਖਵਾਇਆ? ਮੈਂ ਕਿਹਾ ਜੀ ਮੈਂ ਲੱਭਦਾ ਫਿਰਦਾ, ਮੈਨੂੰ ਅਜੇ ਤੱਕ ਨਹੀਂ ਲੱਭਾ। ਓਏ ਬੜੀ ਡੂੰਘੀ ਗੱਲ ਹੈ। ਮੇਰਾ ਇਹ ਲਿਖਿਆ ਮੈਂ, ਇਹ ਗੀਤ ਮੇਰਾ ਨਹੀਂ, ਮੇਰੇ ਤੇ ਕਾਫੀ ਵਿਆਹ ਸ਼ੁਰੂ ਕਿੱਦਾਂ? ਮੈਂ ਕਿਹਾ ਜੀ ਨਾ, ਮੈਂ ਤਾਂ ਅਰਜ਼ ਕੀਤਾ ਕਿ ਇੱਕ ਬੰਦਾ ਇਸਤਗਾਸਾ ਲਿਖਾਉਂਦਾ, ਦਾਇਰ ਹੋ ਜਾਂਦਾ ਕਿਸੇ ਅਫਸਰ ਦੇ, ਉਹ ਆਵਾਜ਼ ਲਿਖਣ ਵਾਲੇ ਨੂੰ ਪੈਂਦੀ ਹੈ ਜਾਂ ਜਿਹਨੇ ਲਿਖਵਾਇਆ ਉਹਨੂੰ ਪੈਂਦੀ ਹੈ? ਜਿਹਨੇ ਲਿਖਵਾਇਆ ਤਾਂ ਮੈਂ ਕਿਹਾ ਫਿਰ ਮੈਂ ਤੇਰੇ ਕਿਹਾ ਕਿ ਗੀਤ ਲਿਖਿਆ ਮੈਂ, ਮੇਰਾ ਨਹੀਂ। ਉਹ ਇੰਟਰਵਿਊ ਲੈਣ ਵਾਲਾ ਸੀ ਸਿੱਖ, ਉਹ ਜਿਸ ਵੇਲੇ ਮਤਲਬ 10 ਮਿੰਟ ਰਹਿ ਗਏ ਨਾ ਤੇ ਸਾਰਾ ਸਭ ਕੁਝ ਰੱਖ ਕੇ ਬਹਿ ਗਏ। ਉਹਨੇ ਯਾਰ ਕੋਈ ਸਿੱਧੀ ਗੱਲ ਵੀ ਕਰ ਲਾ। ਮੈਂ ਕਿਹਾ ਸਿੱਧੀ ਗੱਲ ਤੇਰੇ ਸਮਝ 'ਚ ਨਹੀਂ ਆਉਣੀ, ਮੈਂ ਟਾਈਮ ਦੇਖਦਾ ਸੀ 2 ਮਿੰਟ ਅੱਗੇ ਪਿੱਛੇ ਹੋਵੇ ਤੇ ਮੈਂ ਤੁਹਾਨੂੰ ਸਿੱਧੀ ਗੱਲ ਸਮਝਾਵਾਂ, ਸ਼ਾਇਦ ਤੁਹਾਡੀ ਸਮਝ 'ਚ ਆਈ ਜਾਵੇ। ਉਹਨੇ ਵੀ ਫਿਰ ਮੈਂ ਕਿਹਾ ਅੱਲਾ ਦੀ ਨੇਕ ਵਲੀ ਹੈ, ਇੱਕ ਚੀਜ਼ ਹੈ ਸ਼ਾਇਰ ਲੋਕ ਉਹਨੂੰ ਤਖਯਲ ਕਹਿੰਦੇ ਤੇ ਹੁਮਾ ਨਾਲ ਵੀ ਉਹ ਤਸ਼ਵੀਰ ਦਿੰਦੇ ਆ। ਉਹ ਜਿਹਦੇ ਸਿਰ 'ਤੇ ਆਣ ਕੇ ਬੈਠ ਜਾਂਦਾ ਨਾ, ਉਹ ਘੜੀ ਦੀ ਘੜੀ ਬਾਦਸ਼ਾਹ ਹੁੰਦਾ, ਉੱਡ ਜਾਂਦਾ ਤੇ ਫਿਰ ਉੱਦਾਂ ਦਾ ਹੀ ਹੁੰਦਾ। ਇਹ ਜਿਹੜਾ ਲਿਖਾਉਣ ਵਾਲਾ ਸੀਗਾ ਉਹ ਇੱਦਾਂ ਹੀ ਆਇਆ, ਆਣ ਕੇ ਲਿਖਾ ਕੇ ਚਲਾ ਗਿਆ। ਮੈਂ ਤੈਨੂੰ ਕੀ ਕਰੇ, ਮੇਰਾ ਲਿਖਿਆ ਮੈਂ, ਮੇਰਾ ਹੈ ਨਹੀਂ। ਹਾਂਜੀ, ਇਹਦੇ ਵਿੱਚ ਹੁਣ ਤੁਸੀਂ ਕੀ ਕਹੋਗੇ? ਮੈਂ ਤਾਂ ਇਹ ਕਹੂੰਗਾ ਕਿ ਗੀਤ ਲਿਖਿਆ ਮੈਂ, ਮੇਰਾ ਨਹੀਂ। ਹਾਂਜੀ, ਲਿਖਿਆ ਮੈਂ, ਮੇਰਾ ਨਹੀਂ। ਮੇਰਾ ਨਹੀਂ। ਮੈਂ ਜਿਹੜਾ ਹੈ ਮੈਨੂੰ ਅੱਜ ਤੱਕ ਨਹੀਂ ਲੱਭਾ, ਤੇ ਮੈਂ ਤੁਹਾਨੂੰ ਕੀ ਦੱਸਾਂ ਕਿਹੜਾ। ਵਾਹ ਵਾਹ ਵਾਹ, ਬਹੁਤ ਅੱਛੇ ਜੀ, ਬਹੁਤ ਅੱਛੇ। ਇੱਥੇ ਤੁਹਾਡੇ ਤੋਂ ਤੇ ਸ਼ਾਹ ਸਾਹਿਬ ਤੋਂ ਸਈਦ ਮਸਰੂਰ ਬਿਦਾਨੀ ਦੇ ਇਲਾਵਾ ਦਸਗੋੜ ਦੇ ਹੋਰ ਕਿਹੜੇ ਕਿਹੜੇ ਸ਼ਾਇਰ ਇੱਥੇ ਰਹਿੰਦੇ ਰਹੇ ਆ? ਅਸ਼ਰਫ ਹਮੀਦ ਸਾਹਿਬ, ਅਸ਼ਰਫ ਹਮੀਦ। ਭਾਜੀ ਤੁਸੀਂ ਅਸ਼ਰਫ ਹਮੀਦ ਸਾਹਿਬ ਤੇ ਵੀ ਇੱਥੋਂ ਦੇ ਸਾਡੇ ਬਹੁਤ ਅੱਛੇ ਰਹੇ ਨੇ। ਹਬੀਬ ਜਾਲਬ ਡਿਚਕੋਟ ਦੇ, ਹਬੀਬ ਜਾਲਬ ਇੱਥੇ ਰਹੇ। ਹਬੀਬ ਜਾਲਬ ਜੀ ਡਿਚਕੋਟ ਕੀ ਮਧੁਰ ਗਲੀਆਂ ਉਹਨਾਂ ਦੀਆਂ ਨਜ਼ਮਾਂ। ਅੱਛਾ, ਇਹ ਡਿਚਕੋਟ ਕੀ ਮਧੁਰ ਗਲੀਆਂ, ਹੋਰ ਹਬੀਬ ਜਾਲਬ ਦੀਆਂ ਨਜ਼ਮਾਂ ਇਹ ਤਾਂ ਡਿਚਕੋਟ ਸੀ ਸਨ। ਦਸਗੋੜ ਕੀ ਮਦਰ ਗਲੀਆਂ। ਹਾਂ, ਹੋਰ ਕੌਣ ਕੌਣ? ਅਸ਼ਰਫ ਹਮੀਦ ਸਾਹਿਬ ਸਨ ਇੱਥੇ, ਮਤਲਬ ਹੈ ਕਿ डॉक्टर इब्राहिम साहब सन। अशरफ हमीद का शेर थे ना, मौका परस्त वक्त के सांचे में डल गए। कुछ लोग अपनी बात पे कायम हैं आज भी, मौका परस्त वक्त के सांचे में डल गए। अशरफ हमीद साहब होंगे सने थे और डॉक्टर इब्राहिम साहब होंगे सने और इतने मास्टर होंगे सी लगड़े होंगे जिन्होंने नाम मेरे जेन से निकल गए। और असीर सोहेल भी बहुत पढ़े थे, वो भी थे बहुत पढ़े थे। असीर सोलवी। हाँ, और इतने एक नज़ीर होंदा सी सुनियारे दा मुंडा, बहुत अच्छा मजमून भी लिखदा सी, नज़म भी लिखदा सी, गज़ल भी लिखदा सी, मजमून बहुत अच्छा लिखदा सी। अच्छा, फिर बाजवा साहब, मुनीर बाजवा साहब बैंक मैनेजर साहब, वो अच्छे शेर कहते होंगे सी, वो इतने सन। शेख तजम्मुल भी इतने रह चुका, सब इंस्पेक्टर सी SHO थाना डिस्कोट, वो भी मतलब अदबी तंजीम दे विच अच्छा रह चुका है जिवें इतने सन। माशाअल्लाह। हुण अपने शागिर्दां दे बारे दसो। हाँ, अच्छा है थे डिस्कोट दे विच, डिस्कोट ने बड़ा रखे जमीन है। हाँ जी, हाँ जी। ते अपने शागिर्द किहड़े-किहड़े ने? मेरा कोई शागिर्द नहीं, मेरे सारे ही उस्ताद हैं। वाह, ते तुहाडे किहड़े-किहड़े उस्ताद ने जेहड़े हुण अजकल? अपने महमूद शेरमद साहब ने, ਉਹ ਤੁਹਾਡੇ ਸਾਥ ਨੇ। मेरे उस्ताद ने महमूद अच्छा। शेरमद माशाअल्लाह। अच्छे बहुत घड़े सी ਜਿਹਦੇ ਵਿੱਚ ਮਤਲਬ ਸ਼ਾਹਿਦ ਇਮਰਾਨ ਸਾਹਿਬ ਵੀ ਪਤਾ ਨਹੀਂ ਕਿੱਥੇ ਖਤਮ ਹੋ ਗਏ। ਘੜੇ ਦੇ ਬਥੇਰੇ ਸੀਗੇ। महबूब शेरमद ਜਿਹੜਾ ਸੀਗਾ ਇਹ ਹੈ जमाल शाहद साहब है, वो शावन है मुंडा है, अच्छा, ये सारे अपने बच्चे ही है। वाह वाह, बहुत अच्छे। तो मतलब है कि अल्लाह इन्हों का भला करे, ये साडा हया करके अल्लाह इन्हों का हया बनाई रखी। आमीन। और इतने बाबा जी ਜਿਹੜਾ ਸੀ ਨਾ ਡਿਚਕੋਟ, ਇੱਥੇ ਇਦਾਂ ਹੁੰਦਾ ਸੀ ਕਿ ਇੱਕ ਨਾ ਜਿਹੜੀ ਮੇਰੀ ਦੁਕਾਨ ਹੁੰਦੀ ਸੀ ਨਾ, ਤੁਹਾਨੂੰ ਕੋਈ ਵੀ ਸ਼ਾਇਰ ਮਿਲੇਗਾ ਤਾਂ ਇਹ ਕਹੇਗਾ ਕਿ ਉਹ ਹੁੰਦੀ ਸੀਗੀ ਕੈਲਸ ਸਰਾਏ। कैलस ਸਰਾਏ कैलस राय। ਕਹਿ ਲਓ ਤੁਸੀਂ, ਸਰਾਏ ਹੁੰਦੀ ਸਰਾਏ। ਸੀ। ਤੁਹਾਡੀ ਦੁਕਾਨ ਦੁਕਾਨ ਨਹੀਂ ਸੀ ਹੁੰਦੀ, ਸਰਾਏ ਕਹਿ ਤੁਹਾਡੀ ਲਓ। ਦੁਕਾਨ ਕਾਹਦੀ ਸੀ? ਇਲੈਕਟ੍ਰੋਨਿਕਸ ਦੀ।
ਜੀ ਇਲੈਕਟ੍ਰੋਨਸ ਇਲੈਕਟ੍ਰੋਨਿਕਸ ਦਾ ਕਾਰੋਬਾਰ ਕਰਦੇ ਰਹੇ ਹੋ? ਹਾਂ ਇਲੈਕਟ੍ਰੋਨਿਕਸ ਇਲੈਕਟ੍ਰੋਨਿਕਸ ਦਾ ਕੰਮ ਕੀਤਾ ਤੁਸੀਂ ਇੱਥੇ? ਹਾਂਜੀ ਹਾਂਜੀ ਪੂਰੀ ਟ੍ਰੇਨਿੰਗ ਲਈ ਬਕਾਇਦਾ? ਹਾਂਜੀ ਵਾਇਰਿੰਗ ਨਹੀਂ ਹੈ ਟੇਪ ਟੈਲੀਵਿਜ਼ਨ ਰੇਡੀਓ ਉਹ ਸਹੀ ਕਰ ਲੈਂਦੇ ਹੋ? ਮੈਂ ਨਵੇਂ ਬਣਾਉਂਦਾ ਰਿਹਾ ਐਂਪਲੀਫਾਇਰ ਮਿਕਸਰ ਸਾਊਂਡ ਦੇ ਵਾਹ ਸਾਰੇ ਸਭ ਕੁਝ ਬਣਾਉਂਦੇ ਨੇ। ਅੱਛਾ ਇੱਥੇ ਟੋਟਲੀ ਸ਼ਾਇਰਾਂ ਦੇ 3 ਟਾਈਮ ਦਾ ਖਾਣਾ ਸਾਰਾ ਸਭ ਕੁਝ ਇੱਥੇ ਹੀ ਹੁੰਦਾ ਸੀ। ਵਾਹ ਵਾਹ ਯਾਨੀ ਉਹ ਡਿਸਕੋਡ ਦਾ ਪਾਰਟੀ ਹਾਊਸ ਸੀਗਾ ਹਾਂਜੀ ਜੀ ਤੋ ਜਾਂ ਝੰਡੇ ਦਾ ਹੋਟਲ ਕਹਿ ਲਓ। ਅੱਜ ਤੱਕ ਜਿੱਥੇ ਵੀ ਜਾਣਾ ਹੂੰ, ਖਰਚਾ ਮੇਰਾ ਵਾਹ ਜਾ ਰਹੇ ਸੀ ਆ ਰਹੇ ਸੀ ਬੜਾ ਅੱਛਾ ਮਾਹੌਲ ਸੀ ਬਹੁਤ ਅੱਛੇ। ਵਕਤ ਰੋਜ਼ੀ ਜਿਹੜੀ ਨਾ ਬੰਦਾ ਜਿੱਦਾਂ ਜਿੱਦਾਂ ਜਵਾਨ ਹੁੰਦੇ ਰਹਿੰਦੇ ਆ ਉੱਦਾਂ ਮਤਲਬ ਹੈ ਕਿ ਨਾਲ ਇਹਦੀਆਂ ਪਰੇਸ਼ਾਨੀਆਂ ਵੀ ਜਵਾਨ ਹੁੰਦੀਆਂ ਰਹਿੰਦੀਆਂ। ਜੀ ਬੱਚਿਆਂ ਦਾ ਰੌਲਾ ਪੈ ਜਾਂਦਾ ਫਿਰ ਇਹ 'ਚ ਪੂਰਾ ਨਹੀਂ ਹੁੰਦਾ ਫਿਰ ਉਡਾਰੀਆਂ ਮਾਰ ਕੇ ਸੱਜੇ ਖੱਬੇ ਲੋਕ ਖਿਲਰ ਜਾਂਦੇ ਆ ਤੇ ਨਿਕਲ ਗਏ ਬੱਚੇ ਰੋਜ਼ੀ ਦੀ ਤਲਾਸ਼ ਦੇ ਵਿੱਚ ਨਿਕਲ ਗਏ। ਡਿਸਕੋਟ ਦਾ ਮਾਹੌਲ ਮਤਲਬ ਹੈ ਕਿ ਉਹਦਾ ਅੱਛਾ ਨਾ ਰਿਹਾ। ਜਿੰਨੇ ਵੀ ਡਿਸਕੋਟ ਦੇ ਸ਼ਾਇਦ ਜਿਹਦੇ ਵਿੱਚ ਹੁਣ ਤੁਸੀਂ ਦੇਖੋ ਨਾ ਅਫਜ਼ਲ ਸਾਹਰ ਉਹ ਵੀ ਇੱਥੇ ਰਹੇ। ਅਬਦੁਲ ਸਾਹਰ ਵੀ ਇੱਥੋਂ ਦਾ ਅਬਦੁਲ ਸਾਹਰ ਵੀ ਤੇਰੇ ਡੇਰੇ ਦਾ। ਅੱਛਾ ਇਹ ਨਿਕਲ ਗਏ ਖਿਲਰ ਗਏ ਖਿੰਡ ਗਏ। ਇਹ ਕਹਿ ਲਓ ਕਿ ਡਿਸਕੋਟ ਦੀ ਖੁਸ਼ਬੂ ਖਿੰਡ ਗਈ ਦੂਰ ਦੂਰ ਤੱਕ ਵਾਹ ਪੂਰੀ ਦੁਨੀਆ 'ਚ ਫੈਲ ਗਈ। ਹੈ ਖੁਸ਼ਬੂ ਖਿਲ ਗਈ ਹੈ। ਇਹ ਬੜਾ ਸ਼ੁਕਰ ਹੈ ਅੱਲਾ ਦਾ। ਔਰ ਇਹ ਦੇਖੋ ਨਾ ਕਿ ਸਾਡੀ ਜਿਹੜੀ ਸਟਰਗਲ ਸੀ ਸਾਡੀ ਜਿਹੜੀ ਮਿਹਨਤ ਸੀ ਉਹ ਐਵੇਂ ਨਹੀਂ ਗਈ। ਬਹੁਤ ਅੱਛਾ ਪੰਜਾਬੀ ਦੀ ਅਸੀਂ ਪੰਜਾਬੀ ਦੇ ਵਾਸਤੇ ਜੋ ਕੁਝ ਵੀ ਕੀਤਾ ਤੇ ਅੱਜ ਪੰਜਾਬੀ ਦੇ ਉੱਤੇ ਅਰੂਜ ਆ ਨਹੀਂ ਹਰ ਜਗ੍ਹਾ ਪੰਜਾਬੀ ਇੱਧਰ ਮਤਲਬ ਹੈ ਕਿ ਜਲੂਸ ਨਿਕਲਣ ਦੇ ਇੱਧਰ ਇਹ ਹੋਣ ਡਿਆ ਇੱਧਰ ਬੱਚੇ ਇੱਧਰ WhatsApp ਜਿਹੜੀ ਹੈ ਰੌਲਾ ਪਾਈ ਜਾ ਰਹੀ ਪੰਜਾਬੀ ਕਿੱਥੇ ਪੰਜਾਬੀ ਦਾ ਨਾਂ ਹੀ ਕੋਈ ਨਹੀਂ ਸੀ ਲੈਂਦਾ। ਸਾਨੂੰ ਇਹ ਤੇ ਖੁਸ਼ੀ ਹੈ ਨਾ ਜਦੋਂ ਜਦ ਕੀਤੀ ਤੁਸੀਂ ਹਾਂ ਜਦੋਂ ਜਦ ਕੀਤੀ ਹੈ ਕਿ ਅਸੀਂ ਜੀ ਝੰਡਾ ਚੁੱਕ ਕੇ ਟੁਰੇ ਹਾਂ ਤੇ ਅੱਜ ਉਸ ਦਾ ਨਾਂ ਉਹਦਾ ਨਾਂ ਹੋ ਗਿਆ ਗਾ ਕੇ ਲੈਣਾ ਨਹੀਂ ਲੈਣਾ ਜੰਮੀਆਂ ਅੱਗੇ। ਹਾਂਜੀ ਹਾਂਜੀ ਬਾਬਾ ਜੀ ਤੁਹਾਡੀ ਆ ਕੋਈ ਕਿਤਾਬਾਂ ਇੱਧਰ ਵੀ ਛਪੀਆਂ ਪਾਕਿਸਤਾਨ 'ਚ ਵੀ? ਮੈਨੂੰ ਅੱਛੀ ਤਰ੍ਹਾਂ ਯਾਦ ਹੈ ਸ਼ਾਇਰੀ ਨਜ਼ਮ ਗਜ਼ਲ ਦੀਆਂ? ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਮੈਂ ਆ ਰਿਹਾ ਸੀ ਤੇ ਮੇਰੇ ਨਾਲ ਮਤਲਬ ਹੈ ਕਿ ਸ਼ੇਖਪੁਰ ਦਾ ਇੱਕ ਸ਼ਾਇਰ ਸੀ ਬਹੁਤ ਅੱਛਾ ਸ਼ਾਇਰ ਯਾਰ ਖਾਰਿਆਂ ਵਾਲੇ ਦਾ। ਉਹ ਮੈਨੂੰ ਕਹਿੰਦਾ ਕਿ ਬਾਬਾ ਜੀ ਤੁਸੀਂ ਕੋਈ ਕਿਤਾਬ ਨਹੀਂ ਛਾਪੀ। ਮੈਂ ਕਿਹਾ ਮੇਰਾ ਦਿਮਾਗ ਖਰਾਬ ਹੈ। ਕਹਿੰਦਾ ਜਿਹਨਾਂ ਦਾ ਦਿਮਾਗ ਖਰਾਬ ਉਹ ਛਪਾਉਂਦੇ। ਮੈਂ ਕਿਹਾ ਹਾਂਜੀ ਉਹ ਛਪਾਉਂਦੇ। ਮੈਨੂੰ ਕਿਹਾ ਕਿੱਦਾਂ? ਮੈਂ ਕਿਹਾ ਮੇਰੀਆਂ 4 ਬੇਟੀਆਂ ਮੈਂ ਪਹਿਲੇ ਉਹਨਾਂ ਨੂੰ ਵੀ ਆਊਂਗਾ ਕਿ ਕਿਤਾਬ ਛਾਪੂੰਗਾ। ਮਾਸ਼ਾਅੱਲਾ ਖਾਰ ਵਾਲਾ ਸ਼ਾਕਰ ਮੱਲੀ ਆ ਸ਼ਾਕਰ ਮੱਲੀ ਦੇ ਨਾਲ ਹੁੰਦਾ ਸੀ ਤਿੰਨ ਸੁਲਤਾਨ ਖਾਰ ਵੀ ਮੁਨੀਰ ਕਮਾਲ ਹਾਂਜੀ ਇਹ ਸ਼ੇਰ ਵੱਖ ਨੱਚੇ ਧੜ ਵੱਖ ਨੱਚੇ ਉਹਦਾ ਸ਼ੇਰ ਸੀ ਨਾ ਬਹੁਤ ਅੱਛਾ ਸ਼ਾਇਰ ਸੀ। ਅੱਛਾ ਅੱਲਾ ਨੂੰ ਪਿਆਰਾ ਹੋ ਗਿਆ। ਤੇ ਬੇਟੀਆਂ ਤੁਹਾਡੇ 4 ਨੇ? ਹਾਂ ਬੇਟੀਆਂ 4 ਬੇਟੇ ਕਿੰਨੇ? ਚਾਰੇ ਵਿਆਹ ਮਾਸ਼ਾਅੱਲਾ ਬੇਟੇ 2 ਉਹ ਵਿਆਹ ਤੇ ਉਹ ਕਿੱਥੇ ਰਹਿੰਦੇ ਹੁਣ? ਉਹ ਅਕਸਰ ਲੋਕ ਮੈਨੂੰ ਪੁੱਛਦੇ ਤੇਰੀ ਔਲਾਦ ਕੀ ਕਰਦੀ ਹੈ? ਮੈਂ ਕਿਹਾ ਮੈਨੂੰ ਤੰਗ ਹੀ ਕਰਦੀ ਹੈ ਹੋਰ ਕੁਝ ਨਹੀਂ ਕਰਦੀ। ਚਲੋ ਇਹ ਤੇ ਅੱਛੀ ਗੱਲ ਹੈ ਲੇਕਿਨ ਇਸ ਤੋਂ ਇਲਾਵਾ ਵੀ ਕੀ ਕਰਦੀ ਦੁਨੀਆਵੀ ਤੌਰ ਤੇ? ਉਹ ਉਹਨਾਂ ਦੇ ਕੋਲ ਮਿੱਲਾਂ ਦੀਆਂ ਕੈਂਟੀਨਾਂ ਲੈਂਦੇ ਆ ਮਾਸ਼ਾਅੱਲਾ ਠੇਕੇ ਤੇ। ਤੇ ਇੱਥੇ ਰਹਿੰਦੇ ਡਿਸਬੋਰਡ ਹੀ ਆ ਹੋਰ ਕਿਤੇ ਸ਼ਹਿਰ ਚਲੇ ਗਏ? ਬਹੁਤ ਅੱਛਾ ਕਰ ਰਹੇ ਹਨ ਇਸੇ ਸ਼ਹਿਰ 'ਚ ਰਹਿੰਦੇ ਆ? ਬਲਕਿ ਮੇਰੇ ਪਿੰਡ 'ਚ ਹੀ ਰਹਿੰਦੇ ਆ। ਡਿਸਬੋਰਡ ਤੁਹਾਡੇ ਪਿੰਡ 'ਚ ਹੀ ਰਹਿੰਦੇ ਆ? ਪਰ ਇਹ 200 ਆਬਾਦੀ ਜੰਮੂ ਸਿੰਘ ਉੱਥੇ ਮੈਂ ਰਹਿੰਦਾ ਉੱਥੇ ਰਹਿੰਦੇ ਆ। ਅੱਛਾ ਜੀ ਮਾਸ਼ਾਅੱਲਾ ਉਹ ਕੰਮ ਉਹਨਾਂ ਦਾ ਬਹੁਤ ਅੱਛਾ ਮਾਸ਼ਾਅੱਲਾ 2-2.5 ਲੱਖ ਕੱਢ ਲੈਂਦੇ ਆ ਮਹੀਨੇ ਦਾ। ਮਹੀਨੇ ਦਾ ਕੰਟੇਨਰਾਂ 'ਚ ਮਿੱਲਾਂ 'ਚ ਉੱਥੋਂ ਠੇਕਾ? ਕੰਟੀਨ 'ਚੋਂ ਠੇਕਾ ਹੈ। ਵਾਹ ਅੱਛਾ ਨਾ ਕਦੀ ਕੁਛ ਨਾ ਉਹਨਾਂ ਤੋਂ ਲਿਆ ਤੇ ਨਾ ਕਦੀ ਦਿੱਤਾ। ਇਹ ਬਹੁਤ ਅੱਛੀ ਗੱਲ ਖੁਦ ਕਫਾਲਤ ਖੁਦ ਆਪਣੇ ਨਿਆਣਾ ਬਰਹਿਣਾ ਦੇ ਨਸਾਰ ਆਪਣੇ ਗੋਡਿਆਂ ਗਿੱਟਿਆਂ ਦੇ 3 ਪੈਲੀਆਂ ਰਕਬਾ ਵਾਹ 85 ਸਾਲ ਕੁਛ ਮਹੀਨੇ ਮੇਰੀ ਉਮਰ ਬਣਦੀ ਹੈ ਹੋ ਗਈ ਤੇ ਕਈ ਚੌਕੇ ਸਵੇਰੇ ਮੈਂ ਕਈ ਨਾਲ ਮਿੱਟੀ ਪੁੱਟਦਾ ਹਾਂ। ਵਾਹ 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 ਬੜੀ ਗੱਲ ਹੈ। ਔਰ ਮੈਂ ਇੱਕ ਕਿੱਲਾ ਕਮਾਦ ਦਾ 2 ਲੱਖ ਰੁਪਏ ਦਾ ਵੇਚਿਆ ਵਾਹ ਥੋੜੇ ਜਿਹੇ ਰਕਬਾ बड़ी जफाकशी है। ਮੇਰੇ ਕੋਲ ਮੁੱਕਦੇ ਹੀ ਨਹੀਂ। क्या बात है बहुत अच्छा। ਪੂਰਾ ਸਾਲ ਮੇਰੇ ਕੋਲ 2 ਲੱਖ ਮੁੱਕਦਾ। अपने शेरा दे आप ही खुद अमल आप ही अपनी पोइट्री देते अमल आ ਹਾਂ किस्मत की है किस्मत मैं किस्मत दा कायल नहीं। वाह किस्मत किस्मत की है किस्मत मैं किस्मत दा कायल नहीं। की है किस्मत मैं किस्मत दा कायल नहीं।
ਜਦ ਵੀ ਕਿਧਰੇ ਭਾਗ ਸਵਾਰੇ ਆਪਣੇ ਆਪ ਸਵਾਰੇ ਨੇ। ਵਾਹ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ। ਹੈ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ। ਓਏ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਜਨਾਬ ਵਾਹ ਬਾਬਾ ਵਾਹ। ਜੀ ਚੋਰ ਤੇ ਕੁੱਤੀ ਰਲ ਕੇ ਬਹਿ ਗਏ ਝੁੱਗੇ ਦੀ ਰੱਬ ਖੈਰ ਕਰੇ। ਵਾਹ ਵਾਹ ਚੋਰ ਤੇ ਕੁੱਤੀ ਰਲ ਕੇ ਬਹਿ ਗਏ ਝੁੱਗੇ ਦੀ ਰੱਬ ਖੈਰ ਕਰੇ। ਵੈਰੀ ਘਰ ਨੂੰ ਲੁੱਟਣ ਵੈਰੀ ਘਰ ਨੂੰ ਲੁੱਟ ਕੇ ਲੈ ਗਏ ਸੀਨੇ ਪਾੜ ਦੀ ਵਾਰਾਂ ਦੇ। ਬਹੁਤ ਔਰ ਫੁੱਲਾਂ ਦੇ ਬੁੱਲ ਰੱਤੇ ਹੋ ਗਏ ਸਾਡੀਆਂ ਰੱਤਾਂ ਪੀ ਪੀ। ਫੁੱਲਾਂ ਦੇ ਉਹ ਰੱਤੇ ਹੋ ਗਏ। ਫੁੱਲਾਂ ਦੇ ਬੁੱਲ ਰੱਤੇ ਹੋ ਗਏ ਸਾਡੀਆਂ ਰੱਤਾਂ ਪੀ ਪੀ ਕੇ। ਹਾਲੀ ਤੋੜੀ ਕਰਜ਼ ਨਹੀਂ ਲੱਥੇ ਸਾਡੇ ਸਿਰੋਂ ਬਹਾਰਾਂ ਦੇ। ਵਾਹ ਵਾਹ ਹਾਲੀ ਤੋੜੀ ਕਰਜ਼ ਨਹੀਂ ਲੱਥੇ ਸਾਡੇ ਸਿਰੋਂ ਬਹਾਰਾਂ ਦੇ। ਬਹੁਤ ਅੱਛੇ। ਹਾਂਜੀ ਬਿਸਮਿਲ੍ਲਾ ਜੀ। ਮਦੂਦ ਅਜ਼ੀਮ ਚਿਸ਼ਤੀ ਤਾਂ ਦੇਖ ਰਹੇ ਨੇ ਵਾਹ ਵਾਹ ਕਰੀ ਜਾ ਰਹੇ ਪਸੰਦ ਕਰ ਰਹੇ ਕਹਿੰਦੇ ਕੀ ਅੰਦਾਜ਼ ਹੈ। ਬਿਸਮਿਲ੍ਲਾ ਜੀ। ਮਦਦ ਨਾਜ਼ਰੀਨ ਸਾਮੀਨ ਲਾਈਵ ਇੰਟਰਵਿਊ ਵੇਚ ਕਰ ਰਹੇ ਅਸੀਂ ਬਾਬਾ ਜੀ ਅਬਦੁਸਤਾਰ ਸ਼ਾਹਿਦ ਫਖਰੇ ਪਾਕਿਸਤਾਨ ਫਖਰੇ ਫੈਸਲਾਬਾਦ ਫਖਰੇ ਡਚਕੋਟ ਫਖਰੇ ਪੰਜਾਬੀ 85 ਸਾਲ ਦੇ ਬਾਬਾ ਜੀ ਜਿਹੜੇ ਹੁਣ ਵੀ ਸਵੇਰੇ ਕਈ ਨਾਲ ਮਿੱਟੀ ਪੁੱਟ ਕੇ ਆਪਣੇ ਦਿਨ ਦਾ ਆਗਾਜ਼ ਕਰਦੇ ਨੇ। ਅੱਛਾ ਜੀ ਦੇਖੋ ਜੀ ਕਿ ਸ਼ੇਰ ਕਹਿਣਾ ਸੌਖਾ ਨਹੀਂ ਮੰਨ ਲਿਆ ਵਾਹ ਲੇਕਿਨ ਕਮਾ ਖਾਣਾ ਸਭ ਤੋਂ ਜ਼ਿਆਦਾ। ਬਹੁਤ ਅੱਛੇ। ਮੈਂ ਉਸ ਬੰਦੇ ਨੂੰ ਸ਼ਾਇਰ ਨਹੀਂ ਮੰਨਦਾ ਜਿਹੜਾ ਕਮਾ ਕੇ ਖਾ ਨਹੀਂ ਸਕਦਾ। ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ। ਜਿਹੜਾ ਕਮਾ ਕੇ ਖਾ ਨਹੀਂ ਸਕਦਾ ਉਹ ਸ਼ਾਇਰ ਨਹੀਂ। ਮੈਂ ਉਹਨੂੰ ਸ਼ਾਇਰੀ ਦੇ ਨਾਂ ਤੇ ਗਾਲ ਸਮਝਣਾ ਧਰਤੀ ਤੇ ਇੱਕ ਭਾਰ ਸਮਝਣਾ। ਵਾਹ ਕਮਾ ਕੇ ਖਾਓ ਤੇ ਸ਼ਾਇਰੀ ਕਰੋ ਤੁਹਾਡੀ ਸ਼ਾਇਰੀ ਚ ਰੰਗ ਆ ਜਾਏ। ਬਹੁਤ ਮੈਂ ਸ਼ਾਇਰਾਂ ਨੂੰ ਕਹਿੰਦਾ ਨਾ ਗੀਤ ਲਿਖੋ ਔਰ ਉਹ ਉਹਦੇ ਵਿੱਚ ਰੀਅਲਿਜ਼ਮ ਆਏ। ਆਹਾ ਆਪ ਮਸਨੂਈ ਚੀਜ਼ਾਂ ਰਹਿਣ ਦਿਓ। ਰੀਅਲਿਜ਼ਮ ਦੀ ਗੱਲ ਕਰਦੇ ਬਾਬਾ ਜੀ ਆਈਡੀਅਲਿਜ਼ਮ ਦੀ ਗੱਲ ਨਹੀਂ ਕਰਦੇ। ਸਹੀ ਇਮੇਜਿਨੇਸ਼ਨ ਆਈਡੀਅਲਿਜ਼ਮ। ਮੈਂ ਉਹ ਤੁਹਾਨੂੰ ਥੋੜੀ ਜਿਹੀ ਆ ਜਾ ਬਹਿ ਜਾ ਸਾਈਕਲ ਤੇ ਜੇ ਸਾਈਕਲ ਲੱਭ ਹੀ ਗਿਆ ਤੇ ਬੰਦੇ ਦੇ ਪੁੱਤਰਾਂ ਅੰਗਰੋਂ ਦੀ ਵਰਤੋਂ ਦੱਸ। ਵਾਹ ਉਹਦੇ ਤੇ ਕੰਜਰਾ ਸਬਜ਼ੀ ਵੇਚ ਬੱਚੇ ਪਾਲ ਬੱਚੇ ਨੂੰ ਸਕੂਲੇ ਛੱਡ ਕੇ ਆ। ਆਹਾ ਆ ਜਾ ਨਹੀਂ ਬਹਿ ਜਾ ਸਾਈਕਲ ਤੇ ਮਾਸਟਰ ਨੂੰ ਸਾਈਕਲ ਤੇ ਪਛਾਉਂਦੇ ਆ ਕੁੜੀ ਜੋ ਚੋਦਾ ਪੈਂਚਰ ਚ ਕੇ ਪੈਸੇ ਵੀ ਆ ਗਏ ਜੇਬ 'ਚ। ਹਾਏ ਹਾਏ ਉਹ ਕਹਿੰਦੇ ਜੀ ਉਹਦਾ ਰੰਗ ਨਹੀਂ ਆਉਣਾ। ਮੈਂ ਕਿਹਾ ਹੁਣੇ ਰੰਗ ਲਿਆ ਉਹਨੇ ਕਿ ਜਿੱਦੋਂ ਵੇਖ ਨਹੀਂ ਗਲੀ ਦੇ ਵਿੱਚ ਆ ਕੇ ਟਰੈਕਟਰ ਮਿੱਤਰਾਂ ਦਾ। ਹਾਂ ਜਿੰਦੋਂ ਵੇਖ ਨਹੀਂ ਗਲੀ ਦੇ ਵਿੱਚ ਆ ਕੇ ਟਰੈਕਟਰ ਮਿੱਤਰਾਂ ਦਾ ਦਾ ਤੱਕ ਜ਼ੁਲਫਾਂ ਤੇ ਤੱਕ ਮੁਖਲੇ ਦੀ ਜ਼ੁਲਫਾਂ ਹਟਾ ਕੇ ਟਰੈਕਟਰ ਮਿੱਤਰਾਂ ਦਾ। ਆਹਾ ਉਹੀ ਲੱਕੜਾਂ ਤੇ ਬੰਜਰਾਂ ਨੂੰ ਬਾਵਾਂਗੇ ਭੁੱਖ ਦੇਸ਼ ਦੀ ਨੂੰ ਦੇਸ਼ ਚੋਂ ਮੁਟਾਵਾਂਗੇ। ਫਿਰ ਖਿੜਨੇ ਗੁਲਾਬ ਸੋਹਣਾ ਲੱਗਣਾ ਪੰਜਾਬ ਅਸੀਂ ਨੱਚਣਾ ਬਾਹਾਂ 'ਚ ਬਾਹਾਂ ਪਾ ਕੇ ਟਰੈਕਟਰ ਮਿੱਤਰਾਂ ਦਾ ਜਿੰਦੋਂ ਵੇਖ ਨਹੀਂ ਗਲੀ ਦੇ ਵਿੱਚ ਆ ਕੇ। ਮੈਂ ਕਿਹਾ ਰੀਅਲਿਜ਼ਮ ਹੋਇਆ ਕਿ ਨਹੀਂ? ਕੌਣ ਕਹਿੰਦਾ ਰੀਅਲਿਜ਼ਮ ਨਹੀਂ ਆਉਂਦਾ? ਜਾਂ ਰੀਝਾਂ ਸਭੇ ਤੇਰੀਆਂ ਨਹੀਂ ਕਰ ਦਾਂਗੇ ਪੂਰੀਆਂ ਮੈਨੂੰ ਇੱਕ ਵਾਰੀ ਟੂਆ ਲਾ ਲੈਣ ਦੇ ਨਹੀਂ ਤੇ ਧਰਤੀ ਦੀ ਝੱਲੀਏ ਬੁਝਾ ਲੈਣ ਦੇ। ਉਹ ਰੀਅਲਿਜ਼ਮ ਆਉਂਦਾ ਕਿਉਂ ਨਹੀਂ? ਆ ਮੰਜੇ ਡਾਂਗ ਫੇਰ ਦੇ ਨਾਲ ਜ਼ਿਆਦਾ ਰੀਅਲਿਜ਼ਮ ਆਉਂਦਾ। ਅੰਬ ਚੂਪੜ ਲਈ ਗਈ ਬਾਗ ਵਿੱਚ ਪਤਾ ਨਹੀਂ ਕੀ ਹੋਇਆ। ਕੋਈ ਸ਼ਰਮ ਕਰੋ ਯਾਰ ਕੋਈ ਸ਼ਰਮ ਕਰੋ। ਚੇਲੀ ਸਾਵਾਂ ਦੀ ਹਨੇਰੀ ਤੋਂ ਬਾਜ਼ਾਰ ਹਿੱਲ ਗਿਆ। ਮੈਂ ਕਹਿੰਦਾ ਯਾਰ ਤੁਸੀਂ ਕਹਿੰਦੇ ਨੇ ਕਾਫਰ ਸਿੱਖ ਕਾਫਰ ਫਲਾਂ ਕਾਫਰ ਦੇਖੋ ਉਹਨਾਂ ਦਾ ਗੰਦਾ ਗੀਤ ਛੜਿਆ ਨੇ ਦਿੱਲੀ ਲੁੱਟੀ ਦੇ ਪਹਿਰੇ ਦੀਵਾ ਬਾਲ ਇਹਨੂੰ ਕਹਿੰਦੇ ਸਾਡੇ ਲੋਕਾਂ ਨੇ ਬਹੁਤ ਫਾਸ਼ ਗੀਤ ਹੈ। ਉਹਦੇ ਵਿੱਚ ਉਹ ਭਾਈ ਜੀ ਮਾਰਫਤ ਦੀ ਕੁੰਡੀ ਹਿਲਾਉਂਦੇ ਕੀ ਕਹਿੰਦੇ ਆ ਕਿੱਥੋਂ ਆ ਗਈ ਲਾਲ ਹਨੇਰੀ ਕਿੱਥੋਂ ਆ ਗਿਆ ਬੁੱਲਾ ਕਿੱਥੋਂ ਆ ਗਈ ਲਾਲ ਹਨੇਰੀ ਕਿੱਥੋਂ ਆ ਗਿਆ ਬੁੱਲਾ 36 ਕੋਠੇ 9 ਦਰਵਾਜ਼ੇ ਕਿਹੜਾ ਰਹਿ ਗਿਆ ਖੁੱਲਾ ਰੱਖੀ ਸੀ ਬੜੀ ਸੰਭਾਲ ਕੇ ਛੜਿਆ ਨੇ ਦਿੱਲੀ ਲੁੱਟੀ ਮਾਰ ਕਿਧਰੋਂ ਖਾਧੀ 2 2 4 2 6 7 ਤੇ 2 9 ਕਿਧਰੋਂ ਮਾਰ ਖਾਧੀ ਹੈ 36 ਕੋਠੇ 9 ਦਰਵਾਜ਼ੇ ਕਿਹੜਾ ਰਹਿ ਗਿਆ ਖੁੱਲਾ ਰੱਖੀ ਸੀ ਬੜੀ ਸੰਭਾਲ ਕੇ ਛੜਿਆ ਨੇ ਦਿੱਲੀ ਲੁੱਟੀ। ਉਹਦੇ ਗੰਦਾ ਕੀ ਕਹਿੰਦੇ ਵਿੱਚ ਕੋਈ ਕੰਮ ਦੀ ਗੱਲ ਕਰ ਜਾਂਦੇ ਅਸੀਂ ਕੁਰਾਨ ਪੜ੍ਹਦੇ ਵਿੱਚ ਗੰਦ ਬੋਲ ਜਾਂਦੇ। ਜੇ ਨਹੀਂ ਯਕੀਨ ਤੇ ਦੇਖ ਲਓ ਜਿੱਦਣ ਮੌਲਵੀ ਸਾਹਿਬ ਪੇਸ਼ ਦਾ ਮਤਲਬ ਬਿਆਨ ਕਰਨ ਇੱਦਾਂ ਲੱਗਦਾ ਜਿੱਦਾਂ ਚਕਲੇ ਦੀ ਗੱਲ ਕਰਦੇ ਹੁੰਦੇ।
ਸ਼ਹਿਮਤੀ ਭੜਕਾਈ ਚਲੇ ਜਾਂਦੇ ਚਾਹੇ ਮੌਲਵੀ ਵਿੱਚ ਸ਼ਾਇਰ ਵਿੱਚ ਪਤਾ ਨਹੀਂ ਇਹਨਾਂ ਨੇ ਜਾਣਾ ਕਿੱਥੇ ਸਾਨੂੰ ਕਿੱਥੇ ਲੈ ਜਾਣਾ ਇਹ ਤਾਂ ਪਰਹੇਜ਼ ਕਰਨਾ ਚਾਹੀਦਾ। ਅੱਛਾ